ਮੇਰਾ ਨਾਂ ਦੀਪਾਲੀ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੀ 2 ਮਹੀਨੇ ਪਹਿਲਾਂ ਮੰਗਣੀ ਹੋਈ ਸੀ ਅਤੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਵਿਆਹ ਹੋ ਰਿਹਾ ਸੀ। ਉਸ ਲੜਕੇ ਦਾ ਨਾਮ ਸੁਭਾਸ਼ ਸੀ। ਮੈਂ ਆਪਣੇ ਵਿਆਹ ਲਈ ਬਹੁਤ ਉਤਸ਼ਾਹਿਤ ਸੀ। ਹਰ ਕੁੜੀ ਆਪਣੇ ਵਿਆਹ ਤੋਂ ਬਹੁਤ ਖੁਸ਼ ਹੁੰਦੀ ਹੈ। ਉਹ ਆਪਣੇ ਵਿਆਹ ਦੇ ਸੁਪਨੇ ਦੇਖਣ ਲੱਗਦੀ ਹੈ। ਮੇਰੇ ਦਿਲ ਵਿੱਚ ਇਹੀ ਭਾਵਨਾਵਾਂ ਜਾਗ ਰਹੀਆਂ ਸਨ ਅਤੇ ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ। ਮੈਂ ਇੰਨੀ ਖੁਸ਼ ਸੀ ਕਿ ਮੈਂ ਆਪਣੇ ਵਿਆਹ ਦੀ ਖਰੀਦਦਾਰੀ ਵਿੱਚ ਰੁੱਝੀ ਹੋਈ ਸੀ। ਮੇਰੇ ਮਾਤਾ ਜੀ ਚਾਹੁੰਦੇ ਸਨ ਕਿ ਮੇਰਾ ਵਿਆਹ ਬਹੁਤ ਧੂਮਧਾਮ ਨਾਲ ਹੋਵੇ। ਮੈਂ ਪਾਰਲਰ ਤੋਂ ਤਿਆਰ ਹੋਣਾ ਸੀ, ਇਸ ਲਈ ਮੇਰੇ ਵਿਆਹ ਦੇ ਕੱਪੜੇ ਮੇਰੇ ਸਹੁਰੇ ਘਰ ਤੋਂ ਪਹਿਲਾਂ ਹੀ ਆ ਚੁੱਕੇ ਸਨ। ਮੇਰਾ ਲਾਲ ਵਿਆਹ ਦਾ ਲਹਿੰਗਾ ਮੰਜੇ ਤੇ ਰੱਖਿਆ ਹੋਇਆ ਸੀ। ਮੈਂ ਖੁਸ਼ ਹੋ ਕੇ ਮਾਂ ਨੂੰ ਕਿਹਾ, ਮਾਂ, ਇਹ ਲਹਿੰਗਾ ਕੌਣ ਲਿਆਇਆ ਹੈ? ਉਹ ਲਹਿੰਗਾ ਕਾਫੀ ਖੂਬਸੂਰਤ ਲੱਗ ਰਿਹਾ ਸੀ। ਮੇਰੀ ਮਾਂ ਨੇ ਕਿਹਾ, ਬੇਟੀ, ਇਹ ਤੇਰੇ ਸਹੁਰੇ ਘਰੋਂ ਆਇਆ ਹੈ। ਜਦੋਂ ਮਾਂ ਨੇ ਦੱਸਿਆ ਤਾਂ ਮੇਰੀਆਂ ਅੱਖਾਂ ਖੁਸ਼ੀ ਨਾਲ ਚਮਕ ਰਹੀਆਂ ਸਨ। ਇੰਨੇ ਸੋਹਣੇ ਕੱਪੜੇ ਅਤੇ ਅਜਿਹੀਆਂ ਸੋਹਣੀਆਂ ਚੂੜੀਆਂ ਦੇਖ ਕੇ ਮੈਂ ਬਹੁਤ ਖੁਸ਼ ਹੋ ਗਈ। ਮੈਂ ਮਾਂ ਨੂੰ ਕਿਹਾ, ਮਾਂ, ਕੱਪੜੇ ਤਾਂ ਚੰਗੇ ਹਨ ਪਰ ਮੈਨੂੰ ਚੂੜੀਆਂ ਪਸੰਦ ਨਹੀਂ ਆਈਆਂ। ਚੂੜੀਆਂ ਬਹੁਤ ਵਧੀਆ ਨਹੀਂ ਹਨ। ਮੇਰੀ ਮਾਂ ਨੇ ਕਿਹਾ, ਬੇਟੀ, ਰੱਬ ਦਾ ਸ਼ੁਕਰ ਮਨਾ ਕਿ ਤੈਨੂੰ ਇੰਨਾ ਚੰਗਾ ਸਹੁਰਾ ਘਰ ਮਿਲਿਆ ਹੈ, ਨਹੀਂ ਤਾਂ ਕਈ ਕੁੜੀਆਂ ਨੂੰ ਤਾਂ ਅਜਿਹੀਆਂ ਚੀਜ਼ਾਂ ਵੀ ਨਹੀਂ ਮਿਲਦੀਆਂ। ਮਾਂ ਨੇ ਕਿਹਾ ਕਿ ਤੇਰੇ ਸਹੁਰੇ ਵੀ ਬਹੁਤ ਚੰਗੇ ਹਨ। ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ ਹਨ ਤੇ ਤੁਹਾਡੇ ਵਿਆਹ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਨਹੀਂ ਤਾਂ ਮੈਂ ਇੰਨੀ ਗਰੀਬ ਔਰਤ ਹਾਂ ਕਿ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ ਸੀ। ਮੇਰੀ ਮਾਂ ਬੜੀ ਹੈਰਾਨੀ ਨਾਲ ਇਹ ਕਹਿ ਰਹੀ ਸੀ। ਮੇਰੀ ਮਾਂ ਨੇ ਬੜੀ ਮਿਹਨਤ ਨਾਲ ਮੇਰੇ ਵਿਆਹ ਦਾ ਸਮਾਨ ਅਤੇ ਮੇਰੇ ਵਿਆਹ ਦੇ ਕੱਪੜੇ ਇਕੱਠੇ ਕੀਤੇ ਸਨ, ਨਹੀਂ ਤਾਂ ਸਾਡੇ ਘਰ ਭੋਜਨ ਦੀ ਘਾਟ ਸੀ। ਮੇਰਾ ਵਿਆਹ ਇੱਕ ਚੰਗੇ ਪਰਿਵਾਰ ਵਿੱਚ ਹੋ ਰਿਹਾ, ਇਸ ਲਈ ਮੇਰੀ ਮਾਂ ਨੇ ਜਿੰਨਾ ਸੰਭਵ ਹੋ ਸਕੇ ਮੇਰਾ ਵਿਆਹ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਰੱਬ ਦਾ ਸ਼ੁਕਰਾਨਾ ਕਰ ਰਹੀ ਸੀ। ਮੇਰੇ ਵਿਆਹ ਦੇ ਸਾਰੇ ਪ੍ਰਬੰਧ ਹੋ ਚੁੱਕੇ ਸਨ ਅਤੇ ਮੈਂ ਪ੍ਰਮਾਤਮਾ ਦੀ ਬਹੁਤ ਸ਼ੁਕਰਗੁਜ਼ਾਰ ਸੀ ਕਿ ਵਿਆਹ ਇੱਕ ਚੰਗੇ ਪਰਿਵਾਰ ਵਿੱਚ ਹੋ ਰਿਹਾ ਸੀ। ਮੈਂ ਆਪਣੇ ਵਿਆਹ ਵਿੱਚ ਸਭ ਤੋਂ ਖੂਬਸੂਰਤ ਦਿਖਣਾ ਚਾਹੁੰਦੀ ਸੀ, ਇਸ ਲਈ ਮੈਂ ਪਾਰਲਰ ਵਿੱਚ ਤਿਆਰ ਹੋ ਰਹੀ ਸੀ ਤੇ ਮੈਂ ਪੈਸੇ ਵੀ ਇਕੱਠੇ ਕਰ ਲਏ ਸਨ, ਕਿਉਂਕਿ ਇਹ ਮੇਰੀ ਇੱਛਾ ਸੀ ਅਤੇ ਇਹ ਹਰ ਲੜਕੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਵਿਆਹ ਤੇ ਸਭ ਤੋਂ ਖੂਬਸੂਰਤ ਦਿਖੇ। ਹੁਣ ਤੱਕ ਮੇਰੇ ਵਿਆਹ ਦਾ ਸਮਾਂ ਆ ਗਿਆ ਸੀ ਤੇ ਮੈਂ ਪਾਰਲਰ ਤੋਂ ਤਿਆਰ ਹੋ ਕੇ ਵਿਆਹ ਦੇ ਹਾਲ ਵਿੱਚ ਪਹੁੰਚ ਗਈ ਸੀ ਅਤੇ ਮੈਂ ਬਹੁਤ ਸੁੰਦਰ ਲੱਗ ਰਹੀ ਸੀ। ਮੇਰੇ ਸਹੁਰੇ ਘਰ ਵਿੱਚ ਸਿਰਫ 3 ਜਣੇ ਸਨ, ਮੇਰਾ ਪਤੀ, ਮੇਰੀ ਸੱਸ ਅਤੇ ਮੇਰਾ ਦਿਓਰ। ਮੇਰੇ ਸਹੁਰੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਮੇਰੇ ਆਪਣੇ ਪਰਿਵਾਰ ਵਿੱਚ ਮੇਰੇ ਪਿਤਾ ਦੀ ਵੀ ਮੌਤ ਹੋ ਗਈ ਸੀ। ਜਦੋਂ ਮੈਂ 8 ਸਾਲਾਂ ਦੀ ਸੀ ਤਾਂ ਮੇਰੇ ਪਿਤਾ ਜੀ ਸਾਨੂੰ ਛੱਡ ਗਏ। ਮੇਰੇ ਪਿਤਾ ਜੀ ਦੇ ਦੋਸਤ ਦੀ ਭੈਣ ਨੇ ਸਾਡਾ ਰਿਸ਼ਤਾ ਕਰਵਾਇਆ ਸੀ। ਉਸਨੇ ਮੈਨੂੰ ਮੇਰੇ ਚਚੇਰੇ ਭਰਾ ਦੇ ਜਨਮ ਦਿਨ ਦੀ ਪਾਰਟੀ ਵਿੱਚ ਦੇਖਿਆ ਸੀ। ਮੈਨੂੰ ਉੱਥੇ ਦੇਖ ਕੇ ਅਗਲੇ ਹੀ ਦਿਨ ਉਹ ਆਪਣੇ ਭਤੀਜੇ ਦਾ ਰਿਸ਼ਤਾ ਮੇਰੇ ਲਈ ਲੈ ਕੇ ਆ ਗਈ ਸੀ। ਸਾਰੇ ਲੋਕ ਮੇਰੇ ਸਹੁਰਿਆਂ ਦੀ ਬਹੁਤ ਤਾਰੀਫ ਕਰਦੇ ਸਨ ਅਤੇ ਮੇਰੇ ਪਤੀ ਦੀ ਸਭ ਤੋਂ ਵੱਧ ਤਾਰੀਫ ਕੀਤੀ ਜਾਂਦੀ ਸੀ। ਲੋਕ ਕਹਿੰਦੇ ਸਨ ਕਿ ਤੇਰਾ ਹੋਣ ਵਾਲਾ ਪਤੀ ਬਹੁਤ ਸਮਝਦਾਰ ਤੇ ਪੜ੍ਹਿਆ ਲਿਖਿਆ ਮੁੰਡਾ ਹੈ ਤੇ ਤੈਨੂੰ ਬਹੁਤ ਖੁਸ਼ ਰੱਖੇਗਾ। ਤੁਸੀਂ ਹਮੇਸ਼ਾ ਉਸ ਦੇ ਘਰ ਦੀ ਰਾਣੀ ਬਣ ਕੇ ਰਹੋਗੇ। ਅਸਲ ਵਿੱਚ ਮੈਂ ਆਪਣੇ ਸਹੁਰੇ ਘਰ ਬਾਰੇ ਸੋਚ ਕੇ ਬਹੁਤ ਖੁਸ਼ ਹੁੰਦੀ ਸੀ, ਕਿਉਂਕਿ ਮੈਂ ਇਸ ਗਰੀਬੀ ਭਰੀ ਜ਼ਿੰਦਗੀ ਤੋਂ ਬੋਰ ਹੋ ਗਈ ਸੀ। ਆਖਰ ਇਸ ਗਰੀਬ ਭਰੀ ਜ਼ਿੰਦਗੀ ਵਿੱਚ ਜੀਣ ਲਈ ਕੀ ਸੀ? ਰਿਸ਼ਤੇਦਾਰ ਵੀ ਉਦੋਂ ਤੱਕ ਹੀ ਹੁੰਦੇ ਹਨ ਜਦੋਂ ਤੱਕ ਸਾਡੇ ਕੋਲ ਪੈਸੇ ਹੁੰਦੇ ਹਨ। ਮੇਰੀ ਮਾਂ ਨੇ ਮੈਨੂੰ ਇਕੱਲਿਆਂ ਹੀ ਪਾਲਿਆ ਸੀ। ਜਦੋਂ ਮੈਂ 8 ਸਾਲਾਂ ਦੀ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਮੈਂ ਉਸ ਸਮੇਂ ਛੋਟੀ ਸੀ। ਮੇਰੀ ਮਾਂ ਨੇ ਲੋਕਾਂ ਦੇ ਘਰ ਝਾੜੂ ਮਾਰ ਕੇ ਮੈਨੂੰ ਪੜ੍ਹਾਇਆ ਲਿਖਾਇਆ ਸੀ। ਮੇਰੇ ਘਰ ਵਿੱਚ ਸਿਰਫ ਮੈਂ ਅਤੇ ਮੇਰੀ ਮਾਂ ਸੀ। ਮੇਰੇ ਜਨਮ ਤੋਂ ਬਾਅਦ ਮੇਰੀ ਮਾਂ ਦੇ ਕੋਈ ਔਲਾਦ ਨਹੀਂ ਹੋਈ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਵੀ ਇਸ ਸੰਸਾਰ ਤੋਂ ਚਲੇ ਗਏ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਕਦੇ ਦੁਬਾਰਾ ਵਿਆਹ ਨਹੀਂ ਕੀਤਾ, ਕਿਉਂਕਿ ਉਹ ਹਮੇਸ਼ਾ ਮੇਰੇ ਪਾਲਣ ਪੋਸ਼ਣ ਬਾਰੇ ਚਿੰਤਤ ਰਹਿੰਦੀ ਸੀ। ਮੇਰੀ ਮਾਂ ਨੇ ਕਿਹਾ ਕਿ ਮੈਂ ਜਲਦੀ ਤੋਂ ਜਲਦੀ ਆਪਣੀ ਧੀ ਦਾ ਵਿਆਹ ਕਰਵਾ ਦੇਵਾਂਗੀ। ਇਸੇ ਲਈ ਜਵਾਨ ਹੁੰਦੇ ਹੀ ਮੇਰੀ ਮਾਂ ਨੇ ਮੇਰਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਨਾ ਤਾਂ ਮੇਰੀ ਮਾਂ ਦੇ ਮਾਤਾ ਪਿਤਾ ਨੇ ਅਤੇ ਨਾ ਹੀ ਉਸ ਦੇ ਸਹੁਰਿਆਂ ਨੇ ਉਸ ਦਾ ਸਾਥ ਦਿੱਤਾ। ਮੇਰੀ ਮਾਂ ਨੇ ਜੋ ਵੀ ਕੀਤਾ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਕੀਤਾ। ਮੁਸੀਬਤ ਵੇਲੇ ਵੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਇਸੇ ਲਈ ਮੇਰੀ ਮਾਂ ਚਾਹੁੰਦੀ ਸੀ ਕਿ ਉਸ ਦੀ ਧੀ ਦਾ ਵਿਆਹ
ਜਲਦੀ ਤੋਂ ਜਲਦੀ ਹੋ ਜਾਵੇ, ਨਾ ਕਿ ਅਜਿਹਾ ਹੋਵੇ ਕਿ ਜ਼ਿੰਦਗੀ ਉਸ ਨੂੰ ਧੋਖਾ ਦੇ ਦੇਵੇ ਅਤੇ ਉਸ ਦੀ ਧੀ ਇਸ ਸੰਸਾਰ ਵਿੱਚ ਇਕੱਲੀ ਰਹਿ ਜਾਵੇ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ। ਉਸਨੇ ਮੇਰੀ ਖੁਸ਼ੀ ਲਈ ਬਹੁਤ ਕੁਝ ਕੀਤਾ ਸੀ। ਹਰ ਪਾਸਿਓਂ ਨਿਰਾਸ਼ਾ ਦਾ ਸਾਹਮਣਾ ਕਰਦਿਆਂ ਅਸੀਂ ਦੋਵੇਂ ਮਾਂ ਧੀ ਨੇ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੱਤਾ। ਮੈਂ ਹਾਈ ਸਕੂਲ ਤੱਕ ਹੀ ਪੜ੍ਹੀ ਸੀ ਕਿਉਂਕਿ ਮੈਨੂੰ ਪੜ੍ਹਾਈ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਸੀ। ਜੇ ਮੈਂ ਪੜ੍ਹਾਈ ਵਿੱਚ ਰੁਚੀ ਰੱਖਦੀ ਤਾਂ ਮੇਰੀ ਮਾਂ ਹੋਰ ਮਿਹਨਤ ਕਰ ਸਕਦੀ ਸੀ ਅਤੇ ਮੈਨੂੰ ਹੋਰ ਪੜ੍ਹਾ ਸਕਦੀ ਸੀ, ਪਰ ਮੈਂ ਆਪਣੀ ਮਾਂ ਨੂੰ ਅੱਗੇ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫਿਰ ਮੇਰੀ ਮਾਂ ਦੀ ਸਿਹਤ ਵੀ ਕਿਸੇ ਨਾ ਕਿਸੇ ਦਿਨ ਵਿਗੜ ਜਾਂਦੀ ਸੀ। ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਮੈਂ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤਾ ਅਤੇ ਫਿਰ ਮੈਂ ਘਰ ਚਲਾਉਣ ਵਿੱਚ ਆਪਣੀ ਮਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮੈਂ ਸਿਲਾਈ ਵਿੱਚ ਬਹੁਤ ਵਧੀਆ ਸੀ, ਇਸ ਲਈ ਮੈਂ ਲੋਕਾਂ ਦੇ ਕੱਪੜੇ ਸਿਲਾਈ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਤਰ੍ਹਾਂ ਮੈਂ ਪੈਸੇ ਵੀ ਕਮਾਉਣ ਲੱਗ ਪਈ। ਮੈਂ ਕੱਪੜੇ ਸਿਲਾਈ ਕਰਨ ਵਿੱਚ ਬਹੁਤ ਪਰਫੈਕਟ ਸੀ। ਇਸੇ ਕਰਕੇ ਥੋੜੇ ਸਮੇਂ ਵਿੱਚ ਹੀ ਮੇਰੇ ਕੋਲ ਬਹੁਤ ਸਾਰੇ ਕੱਪੜੇ ਸਿਲਾਈ ਕਰਨ ਲਈ ਆਉਣੇ ਸ਼ੁਰੂ ਹੋ ਗਏ ਅਤੇ ਮੇਰੇ ਕੋਲ ਬਹੁਤ ਸਾਰੇ ਪੈਸੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਕਰਕੇ ਮੈਂ ਚੰਗੀ ਤਰ੍ਹਾਂ ਰਹਿਣ ਲੱਗ ਪਈ। ਲਗਭਗ 1 ਸਾਲ ਹੋ ਗਿਆ ਸੀ ਜਦੋਂ ਤੋਂ ਮੈਂ ਆਪਣੀ ਜ਼ਿੰਦਗੀ ਨੂੰ ਇਸ ਰੁਟੀਨ ਨਾਲ ਜੀਣਾ ਸ਼ੁਰੂ ਕੀਤਾ ਸੀ। ਹੁਣ ਮੈਂ 24 ਸਾਲਾਂ ਦੀ ਸੀ ਅਤੇ ਮੇਰੀ ਮਾਂ ਆਪਣੀ ਧੀ ਨੂੰ ਜਲਦੀ ਤੋਂ ਜਲਦੀ ਵਿਦਾ ਕਰਨਾ ਚਾਹੁੰਦੀ ਸੀ। ਮੇਰੇ ਲਈ ਕਈ ਰਿਸ਼ਤੇ ਆਏ ਸਨ, ਪਰ ਮੇਰੀ ਮਾਂ ਮੇਰੇ ਲਈ ਚੰਗੇ ਰਿਸ਼ਤੇ ਅਤੇ ਚੰਗੇ ਪਰਿਵਾਰ ਦੀ ਤਲਾਸ਼ ਕਰ ਰਹੀ ਸੀ। ਮੇਰੀ ਮਾਂ ਮੇਰਾ ਵਿਆਹ ਇੱਕ ਚੰਗੇ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਕਰਵਾਉਣਾ ਚਾਹੁੰਦੀ ਸੀ ਅਤੇ ਹੁਣ ਮੇਰਾ ਵਿਆਹ ਇੱਕ ਚੰਗੇ ਪਰਿਵਾਰ ਵਿੱਚ ਹੋ ਰਿਹਾ ਸੀ। ਇਹ ਮੇਰੀ ਮਾਂ ਦੀਆਂ ਦੁਆਵਾਂ ਅਤੇ ਕੋਸ਼ਿਸ਼ਾਂ ਦਾ ਨਤੀਜਾ ਸੀ ਅਤੇ ਫਿਰ ਸਾਨੂੰ ਘਰ ਬੈਠਿਆਂ ਹੀ ਇੰਨਾ ਚੰਗਾ ਰਿਸ਼ਤਾ ਮਿਲ ਗਿਆ ਸੀ ਅਤੇ ਮੁੰਡੇ ਵਾਲਿਆਂ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ। ਸਾਡੇ ਵਿਆਹ ਦੀ ਤਰੀਕ ਵੀ ਤੈਅ ਹੋ ਗਈ। ਮੇਰੀ ਮਾਂ ਨੂੰ ਮੇਰੇ ਦਾਜ ਦੀ ਕੋਈ ਚਿੰਤਾ ਨਹੀਂ ਸੀ ਕਿਉਂਕਿ ਮੇਰੇ ਸਹੁਰੇ ਪਰਿਵਾਰ ਨੇ ਦਾਜ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਫਿਰ ਵੀ ਮੇਰੀ ਮਾਂ ਨੇ ਜੋ ਵੀ ਥੋੜਾ ਬਹੁਤਾ ਸਮਾਨ ਜੋੜਿਆ ਸੀ ਉਸਨੇ ਮੈਨੂੰ ਦਿੱਤਾ। ਇਸੇ ਮਾਮਲੇ ਤੇ ਅਸੀਂ ਸਭ ਪਾਸੇ ਤੋਂ ਬੇਪਰਵਾਹ ਅਤੇ ਖੁਸ਼ ਸੀ। ਦਿਨ ਤੇਜ਼ੀ ਨਾਲ ਬੀਤਦੇ ਗਏ ਅਤੇ ਵਿਆਹ ਦਾ ਦਿਨ ਨੇੜੇ ਆ ਗਿਆ ਸੀ, ਜਦੋਂ ਕਿ ਸਾਡੇ ਰਿਸ਼ਤੇਦਾਰ ਤਾਂ ਸਾਡੇ ਮਾੜੇ ਦਿਨਾਂ ਵਿੱਚ ਸਾਨੂੰ ਹੌਸਲਾ ਦੇਣ ਨਹੀਂ ਆਏ ਸਨ। ਇਸੇ ਕਰਕੇ ਮੇਰੀ ਮਾਂ ਨੇ ਮੇਰੇ ਵਿਆਹ ਵਿੱਚ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਅਤੇ ਸਿਰਫ ਆਂਢ ਗੁਆਂਢ ਦੇ ਲੋਕਾਂ ਨੂੰ ਹੀ ਮੇਰੇ ਵਿਆਹ ਵਿੱਚ ਸੱਦਿਆ ਸੀ। ਸਾਡੀ ਗਰੀਬੀ ਦੇਖ ਕੇ ਮੇਰੇ ਸਹੁਰਿਆਂ ਨੇ ਮੇਰੀ ਮਾਂ ਨੂੰ ਕੋਈ ਵੀ ਵੱਡਾ ਖਰਚਾ ਕਰਨ ਤੋਂ ਮਨਾ ਕਰ ਦਿੱਤਾ ਸੀ, ਪਰ ਫਿਰ ਵੀ ਉਹ ਮੇਰੇ ਵਿਆਹ ਨੂੰ ਵੱਧ ਤੋਂ ਵੱਧ ਚੰਗਾ ਅਤੇ ਧੂਮਧਾਮ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਸਮੇਂ ਸਿਰ ਬਰਾਤ ਲੈ ਕੇ ਵਿਆਹ ਵਾਲੇ ਹਾਲ ਵਿੱਚ ਪਹੁੰਚ ਗਏ ਸਨ ਅਤੇ ਫਿਰ ਸਾਰਿਆਂ ਦੇ ਅਸ਼ੀਰਵਾਦ ਨਾਲ ਮੇਰਾ ਵਿਆਹ ਹੋ ਗਿਆ। ਮੈਂ ਆਪਣੇ ਹੋਣ ਵਾਲੇ ਪਤੀ ਨੂੰ ਇੱਕ ਫੋਟੋ ਵਿੱਚ ਸਿਰਫ ਇੱਕ ਵਾਰ ਦੇਖਿਆ ਸੀ। ਉਹ ਬਹੁਤ ਹੀ ਹੁਸ਼ਿਆਰ ਅਤੇ ਪੜ੍ਹਿਆ ਲਿਖਿਆ ਲੜਕਾ ਸੀ। ਮੈਂ ਵੀ ਬਹੁਤ ਸੁੰਦਰ ਸੀ ਅਤੇ ਮੈਨੂੰ ਪਤਾ ਸੀ ਮੇਰਾ ਪਤੀ ਵੀ ਮੈਨੂੰ ਪਹਿਲੀ ਨਜ਼ਰ ਵਿੱਚ ਪਸੰਦ ਕਰੇਗਾ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਰਾਤ ਦਾ ਖਾਣਾ ਖਾਧਾ ਅਤੇ ਫਿਰ ਵਿਦਾਇਗੀ ਦੀ ਰਸਮ ਅਦਾ ਕੀਤੀ ਗਈ। ਰੋਂਦੀ ਹੋਈ ਮੈਂ ਆਪਣੀ ਮਾਂ ਨੂੰ ਮਿਲ ਕਈ ਅਸ਼ੀਰਵਾਦ ਲੈ ਕੇ ਅਤੇ ਮਾਂ ਨੂੰ ਦਿਲਾਸਾ ਦੇਣ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਲਈ ਵਿਦਾ ਹੋ ਗਈ। ਘਰ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਮੈਨੂੰ ਮੇਰੀ ਸੱਸ ਦੇ ਕਮਰੇ ਵਿੱਚ ਬਿਠਾਇਆ ਗਿਆ। ਫਿਰ 2-3 ਰਸਮਾਂ ਕੀਤੀਆਂ ਗਈਆਂ। ਮੈਂ ਕੁਝ ਰਸਮਾਂ ਬਾਰੇ ਤਾਂ ਜਾਣਦੀ ਵੀ ਨਹੀਂ ਸੀ ਅਤੇ ਕੁਝ ਬਾਰੇ ਮੈਂ ਜਾਣਦੀ ਸੀ। ਮੈਂ ਬਹੁਤ ਥੱਕੀ ਹੋਈ ਸੀ, ਪਰ ਫਿਰ ਵੀ ਖੁਸ਼ੀ-ਖੁਸ਼ੀ ਸਭ ਦੇ ਵਿਚਕਾਰ ਬੈਠੀ ਸੀ ਅਤੇ ਸਾਰੀਆਂ ਰਸਮਾਂ ਨੂੰ ਚੰਗੀ ਤਰ੍ਹਾਂ ਨਿਭਾ ਰਹੀ ਸੀ ਕਿਉਂਕਿ ਇਸ ਘਰ ਵਿੱਚ ਇਹ ਮੇਰਾ ਪਹਿਲਾ ਦਿਨ ਸੀ। ਮੈਂ ਉਹਨਾਂ ਦੇ ਖਿਲਾਫ ਜਾ ਕੇ ਆਪਣੇ ਸਹੁਰਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਚੁੱਪਚਾਪ ਬੈਠ ਕੇ ਸਾਰੀਆਂ ਰਸਮਾਂ ਨੂੰ ਸਹੀ ਢੰਗ ਨਾਲ ਨਿਭਾ ਰਹੀ ਸੀ। ਮੈਂ ਉਹੀ ਕਰ ਰਹੀ ਸੀ ਜੋ ਉਹ ਕਹਿ ਰਹੇ ਸਨ। ਇਸ ਤੋਂ ਬਾਅਦ ਮੇਰੀ ਸੱਸ ਮੈਨੂੰ ਉਸ ਕਮਰੇ ਵਿੱਚ ਲੈ ਗਈ ਜੋ ਮੇਰੇ ਪਤੀ ਦਾ ਸੀ ਅਤੇ ਹੁਣ ਮੈਂ ਵੀ ਇਸ ਕਮਰੇ ਵਿੱਚ ਰਹਿਣਾ ਸੀ। ਕਮਰੇ ਦੇ ਵਿੱਚ ਫੁੱਲਾਂ ਦਾ ਬਿਸਤਰਾ ਅਤੇ ਸਜਾਵਟ ਵੀ ਬਹੁਤ ਵਧੀਆ ਸੀ। ਮੈਂ ਬਹੁਤ ਥੱਕੀ ਹੋਈ ਸੀ। ਮੇਰੀ ਸੱਸ ਨੇ ਮੈਨੂੰ ਮੰਜੇ ਤੇ ਬੈਠਣ ਲਈ ਕਿਹਾ ਅਤੇ ਮੇਰਾ ਲਹਿੰਗਾ ਚਾਰੇ ਪਾਸੇ ਫੈਲਿਆ ਹੋਇਆ ਸੀ। ਮੈਂ ਬਿਲਕੁਲ ਹੀਰੋਇਨ ਵਰਗੀ ਲੱਗ ਰਹੀ ਸੀ ਅਤੇ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਘਬਰਾਹਟ ਜਾਗ ਰਹੀ ਸੀ। ਮੈਂ ਆਪਣੇ ਪਤੀ ਦੇ ਆਉਣ ਦੀ ਉਡੀਕ ਕਰ ਰਹੀ ਸੀ। ਇੰਤਜ਼ਾਰ ਹੌਲੀ-ਹੌਲੀ ਲੰਮਾ ਹੁੰਦਾ ਜਾ ਰਿਹਾ ਸੀ ਕਿਉਂਕਿ ਮੈਨੂੰ ਬੈੱਡ ਤੇ ਬੈਠਿਆਂ 1 ਘੰਟਾ ਹੋ ਗਿਆ ਸੀ ਅਤੇ ਮੇਰਾ ਪਤੀ ਵੀ ਕਮਰੇ ਵਿੱਚ ਆਉਣ ਦਾ ਨਾਂ ਨਹੀਂ ਲੈ ਰਿਹਾ ਸੀ। ਮੈਨੂੰ ਇੱਕ ਗੱਲ ਤੋਂ ਬੜੀ ਹੈਰਾਨੀ ਹੋਈ ਕਿ ਜਦੋਂ ਤੋਂ ਮੇਰਾ ਵਿਆਹ ਹੋਇਆ ਸੀ ਮੈਂ ਆਪਣੇ ਪਤੀ ਨਾਲ ਥੋੜੀ ਜਿਹੀ ਗੱਲ ਵੀ ਨਹੀਂ ਕੀਤੀ ਸੀ ਤੇ ਨਾ ਹੀ ਮੈਂ ਆਪਣੇ ਪਤੀ ਨੂੰ ਗੱਲ ਕਰਦਿਆਂ ਦੇਖਿਆ ਸੀ। ਮੈਂ ਅਜੇ ਤੱਕ ਆਪਣੇ ਪਤੀ ਦੀ ਆਵਾਜ਼ ਵੀ ਨਹੀਂ ਸੁਣੀ ਸੀ। ਇਸ ਤਰ੍ਹਾਂ ਬੈਠਿਆਂ ਲਗਭਗ 2-3 ਘੰਟੇ ਬੀਤ ਗਏ ਅਤੇ ਮੈਂ ਸੌਂ ਗਈ ਅਤੇ ਫਿਰ ਕੁਝ ਦੇਰ ਬਾਅਦ ਅਚਾਨਕ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਪਤੀ ਅਜੇ ਕਮਰੇ ਵਿੱਚ ਨਹੀਂ ਆਇਆ ਸੀ
ਅਤੇ ਮੈਂ ਅੱਖਾਂ ਬੰਦ ਕਰਕੇ ਕੁਝ ਸੋਚਣ ਲੱਗੀ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ ਸੀ ਕਿ ਅਚਾਨਕ ਦਰਵਾਜ਼ੇ ਦੀ ਆਵਾਜ਼ ਆਉਣ ਕਾਰਨ ਮੇਰੀ ਅੱਖ ਖੁੱਲ ਗਈ। ਮੈਂ ਕਮਰੇ ਦੇ ਆਲੇ ਦੁਆਲੇ ਦੇਖਿਆ ਤਾਂ ਕਮਰੇ ਵਿੱਚ ਕੋਈ ਨਹੀਂ ਸੀ, ਜਿਸ ਕਾਰਨ ਮੈਂ ਹੈਰਾਨ ਰਹਿ ਗਈ। ਜਿਵੇਂ ਹੀ ਮੇਰੀ ਨਜ਼ਰ ਦਰਵਾਜ਼ੇ ਵੱਲ ਗਈ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਮੇਰਾ ਪਤੀ ਖੁੱਲੇ ਦਰਵਾਜ਼ੇ ਰਾਹੀਂ ਅੰਦਰ ਆ ਰਿਹਾ ਸੀ। ਪਰ ਇਹ ਵੀ ਹੈਰਾਨੀ ਦਾ ਕਾਰਨ ਸੀ ਕਿ ਮੇਰੇ ਪਤੀ ਦੇ ਨਾਲ ਇੱਕ ਕੁੜੀ ਵੀ ਕਮਰੇ ਦੇ ਅੰਦਰ ਆ ਗਈ, ਜੋ ਬਿਲਕੁਲ ਪਾਗਲ ਲੱਗ ਰਹੀ ਸੀ ਅਤੇ ਉਸ ਦੀਆਂ ਹਰਕਤਾਂ ਵੀ ਬਿਲਕੁਲ ਪਾਗਲਾਂ ਦੀ ਤਰ੍ਹਾਂ ਸਨ। ਉਸ ਨੇ ਪੁਰਾਣੇ ਅਤੇ ਫਟੇ ਹੋਏ ਕੱਪੜੇ ਪਾਏ ਹੋਏ ਸਨ। ਉਸ ਦੇ ਕੱਪੜੇ ਕਈ ਥਾਵਾਂ ਤੋਂ ਫਟੇ ਹੋਏ ਸਨ ਅਤੇ ਉਹ ਬਾਰ-ਬਾਰ ਆਪਣਾ ਸਿਰ ਬੁਰੀ ਤਰ੍ਹਾਂ ਨਾਲ ਖੁਰਕ ਰਹੀ ਸੀ ਅਤੇ ਕਿਸੇ ਅਜਨਬੀ ਵਾਂਗ ਉਹ ਸਾਰੇ ਕਮਰੇ ਨੂੰ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਹ ਪਹਿਲੀ ਵਾਰ ਕਮਰੇ ਵਿੱਚ ਆਈ ਹੋਵੇ ਅਤੇ ਉਸਨੇ ਕਮਰੇ ਵਿੱਚ ਸਭ ਕੁਝ ਪਹਿਲੀ ਵਾਰ ਦੇਖਿਆ ਹੋਵੇ। ਮੈਂ ਹੈਰਾਨੀ ਨਾਲ ਪਹਿਲਾਂ ਉਸ ਵੱਲ ਅਤੇ ਫਿਰ ਆਪਣੇ ਪਤੀ ਵੱਲ ਦੇਖਿਆ, ਜਿਸ ਨੇ ਉਸ ਪਾਗਲ ਔਰਤ ਦਾ ਹੱਥ ਫੜਿਆ ਹੋਇਆ ਸੀ। ਮੈਂ ਬਹੁਤ ਪਰੇਸ਼ਾਨ ਅਤੇ ਹੈਰਾਨ ਹੋਈ, ਆਪਣੀ ਜਗ੍ਹਾ ਤੋਂ ਖੜੀ ਹੋਈ ਅਤੇ ਉਹਨਾਂ ਦੋਹਾਂ ਦੇ ਨੇੜੇ ਗਈ। ਉਹ ਪਾਗਲ ਔਰਤ ਤੇਜ਼ੀ ਨਾਲ ਮੇਰੇ ਪਤੀ ਦੇ ਪਿੱਛੇ ਲੁਕਣ ਲੱਗੀ, ਜਿਵੇਂ ਉਹ ਮੇਰੇ ਤੋਂ ਡਰਦੀ ਹੋਵੇ। ਮੈਂ ਆਪਣੇ ਪਤੀ ਸੁਭਾਸ਼ ਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਸਾਡੇ ਕਮਰੇ ਵਿੱਚ ਤੁਹਾਡੇ ਨਾਲ ਕੀ ਕਰ ਰਹੀ ਹੈ। ਇਸ ਲਈ ਪਹਿਲਾਂ ਸੁਭਾਸ਼ ਨੇ ਉਸ ਪਾਗਲ ਕੁੜੀ ਨੂੰ ਆਪਣੇ ਨੇੜੇ ਖਿੱਚਿਆ ਅਤੇ ਉਸ ਨੂੰ ਆਪਣੇ ਬਰਾਬਰ ਖੜਾ ਕੀਤਾ ਅਤੇ ਮੇਰੇ ਵੱਲ ਦੇਖ ਕੇ ਕਿਹਾ, ਇਹ ਮੇਰੀ ਪਤਨੀ ਹੈ ਅਤੇ ਆਓ ਇਸ ਨੂੰ ਤੁਹਾਡੇ ਵਾਂਗ ਤਿਆਰ ਕਰੀਏ। ਮੇਰੇ ਪਤੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਅੱਜ ਮੇਰਾ ਵਿਆਹ ਹੋਇਆ ਸੀ ਅਤੇ ਅੱਜ ਹੀ ਉਹ ਇੱਕ ਪਾਗਲ ਔਰਤ ਨੂੰ ਸਾਡੇ ਕਮਰੇ ਵਿੱਚ ਲਿਆ ਕੇ ਮੈਨੂੰ ਕਹਿ ਰਿਹਾ ਸੀ ਕਿ ਇਹ ਮੇਰੀ ਪਤਨੀ ਹੈ ਅਤੇ ਇਸ ਨੂੰ ਵੀ ਆਪਣੇ ਵਾਂਗ ਤਿਆਰ ਕਰ ਦਿਓ। ਮੇਰੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਮੈਂ ਆਪਣੇ ਪਤੀ ਨੂੰ ਕਿਹਾ, ਇਹ ਤੁਸੀਂ ਕੀ ਕਹਿ ਰਹੇ ਹੋ? ਉਹ ਤੁਹਾਡੀ ਪਤਨੀ ਕਿਵੇਂ ਹੋ ਸਕਦੀ ਹੈ ਅਤੇ ਮੈਂ ਉਸ ਨੂੰ ਆਪਣੇ ਸਥਾਨ ਤੇ ਕਿਵੇਂ ਬਿਠਾ ਸਕਦੀ ਹਾਂ? ਮੈਂ ਤੁਹਾਡੀ ਪਤਨੀ ਹਾਂ ਜਦੋਂ ਕਿ ਅੱਜ ਸਾਡਾ ਦੋਹਾਂ ਦਾ ਵਿਆਹ ਹੋਇਆ ਹੈ। ਅਸੀਂ ਦੋਹਾਂ ਨੇ ਇਕੱਠੇ ਫੇਰੇ ਲਏ ਹਨ। ਅੱਜ ਅਸੀਂ ਸਾਰਿਆਂ ਦੇ ਸਾਹਮਣੇ ਵਿਆਹ ਕਰਵਾਇਆ ਹੈ। ਮੈਂ ਬਹੁਤ ਸਦਮੇ ਵਿੱਚ ਸੀ ਅਤੇ ਰੋਂਦੀ ਹੋਈ ਆਪਣੇ ਪਤੀ ਨੂੰ ਇਹ ਕਹਿ ਰਹੀ ਸੀ। ਮੇਰੇ ਪਤੀ ਨੇ ਮੇਰੇ ਵੱਲ ਗੁੱਸੇ ਨਾਲ ਦੇਖਿਆ ਅਤੇ ਕਿਹਾ, ਉਹ ਮੇਰੀ ਪਤਨੀ ਹੈ ਅਤੇ ਤੁਸੀਂ ਉਸ ਨੂੰ ਆਪਣੀ ਤਰ੍ਹਾਂ ਤਿਆਰ ਕਰੋ ਅਤੇ ਇਸ ਤੋਂ ਬਾਅਦ ਤੁਸੀਂ ਸਾਡੇ ਕਮਰੇ ਤੋਂ ਚਲੇ ਜਾਇਓ, ਨਹੀਂ ਤਾਂ ਮੈਂ ਤੁਹਾਨੂੰ ਤਲਾਕ ਦੇ ਦਿਆਂਗਾ ਅਤੇ ਤੁਹਾਨੂੰ ਹੁਣੇ ਘਰੋਂ ਬਾਹਰ ਕੱਢ ਦੇਵਾਂਗਾ। ਪਤੀ ਦੀ ਗੱਲ ਸੁਣ ਕੇ ਮੇਰਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮੈਨੂੰ ਉਮੀਦ ਨਹੀਂ ਸੀ ਕਿ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਆਪਣੇ ਪਤੀ ਤੋਂ ਅਜੇ ਸ਼ਬਦ ਸੁਣਨੇ ਪੈਣਗੇ। ਮੈਨੂੰ ਨਹੀਂ ਪਤਾ ਸੀ ਕਿ ਉਹ ਔਰਤ ਕੌਣ ਸੀ। ਮੈਂ ਕਦੇ ਵੀ ਨਵੀਂ ਵਹੁਟੀ ਨਾਲ ਅਜਿਹਾ ਵਿਵਹਾਰ ਹੁੰਦਾ ਨਹੀਂ ਦੇਖਿਆ ਸੀ। ਦਰਅਸਲ ਪਤੀ ਆਪਣੀ ਨਵੀਂ ਪਤਨੀ ਨੂੰ ਮਿਲਣ ਅਤੇ ਪਿਆਰ ਨਾਲ ਗੱਲ ਕਰਨ ਲਈ ਬਹੁਤ ਉਤਸੁਕ ਹੁੰਦਾ ਹੈ, ਜਦੋਂ ਕਿ ਮੈਨੂੰ ਉਮੀਦ ਵੀ ਨਹੀਂ ਸੀ ਕਿ ਮੇਰੇ ਵਿਆਹ ਦੀ ਪਹਿਲੀ ਰਾਤ ਮੇਰੇ ਨਾਲ ਇਸ ਤਰ੍ਹਾਂ ਹੋਵੇਗਾ। ਮੇਰਾ ਪਤੀ ਇੱਕ ਪਾਗਲ ਔਰਤ ਨੂੰ ਮੇਰੇ ਸਾਹਮਣੇ ਲਿਆਉਣ ਅਤੇ ਉਸ ਨੂੰ ਤਿਆਰ ਕਰਨ ਦੇ ਨਾਲ-ਨਾਲ ਉਹ ਮੈਨੂੰ ਕਮਰੇ ਤੋਂ ਬਾਹਰ ਜਾਣ ਲਈ ਵੀ ਕਹਿ ਰਿਹਾ ਸੀ ਅਤੇ ਨਾਲ ਹੀ ਇਹ ਧਮਕੀ ਵੀ ਦੇ ਰਿਹਾ ਸੀ ਕਿ ਜੇਕਰ ਮੈਂ ਅਜਿਹਾ ਨਾ ਕੀਤਾ ਤਾਂ ਉਹ ਮੈਨੂੰ ਤਲਾਕ ਦੇ ਕੇ ਘਰੋਂ ਬਾਹਰ ਕੱਢ ਦੇਵੇਗਾ ਅਤੇ ਜੇਕਰ ਉਸਨੇ ਮੈਨੂੰ ਘਰੋਂ ਕੱਢ ਦਿੱਤਾ ਤਾਂ ਨਾ ਸਿਰਫ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ, ਸਗੋਂ ਮੇਰੀ ਮਾਂ ਦੀ ਵੀ ਮੌਤ ਹੋ ਜਾਵੇਗੀ, ਕਿਉਂਕਿ ਮੇਰੀ ਮਾਂ ਨੇ ਬੜੀ ਲਗਨ ਅਤੇ ਮਿਹਨਤ ਨਾਲ ਮੇਰਾ ਵਿਆਹ ਕਰਵਾਇਆ ਸੀ ਤਾਂ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਆਪਣੀ ਧੀ ਦਾ ਵਿਆਹ ਆਪਣੇ ਜਿਉਂਦੇ ਹੀ ਦੇਖ ਸਕੇ ਤੇ ਮੈਨੂੰ ਸਹੁਰੇ ਘਰ ਖੁਸ਼ ਦੇਖ ਸਕੇ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ, ਜੋ ਪਹਿਲਾਂ ਹੀ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਝੱਲ ਚੁੱਕੀ ਸੀ, ਮੇਰਾ ਦੁੱਖ ਵੀ ਝੱਲੇ। ਮੈਂ ਬਿਨਾਂ ਰੋਏ ਆਪਣਾ ਸਿਰ ਹਿਲਾਇਆ ਅਤੇ ਫਿਰ ਉਸ ਪਾਗਲ ਔਰਤ ਨੂੰ ਤਿਆਰ ਕਰਨ ਲਈ ਸਹਿਮਤ ਹੋ ਗਈ। ਮੈਂ ਪਰੇਸ਼ਾਨ ਹੋ ਰਹੀ ਸੀ ਅਤੇ ਦਿਲ ਵਿੱਚ ਹੀ ਰੋ ਰਹੀ ਸੀ ਅਤੇ ਉਸ ਪਾਗਲ ਕੁੜੀ ਨੂੰ ਆਪਣੇ ਨਾਲ ਬਾਥਰੂਮ ਵਿੱਚ ਲੈ ਗਈ ਅਤੇ ਫਿਰ ਉਸ ਨੂੰ ਮੇਰੇ ਕੱਪੜੇ ਪਾ ਦਿੱਤੇ। ਇਹ ਉਹੀ ਲਾਲ ਲਹਿੰਗਾ ਸੀ ਜੋ ਮੈਂ ਆਪਣੇ ਸਹੁਰਿਆਂ ਤੋਂ ਵਿਆਹ ਤੇ ਲਿਆ ਸੀ, ਪਰ ਹੁਣ ਇਹ ਉਸ ਪਾਗਲ ਔਰਤ ਦੀ ਕਿਸਮਤ ਬਣ ਗਿਆ ਸੀ। ਉਹ ਮੇਰੇ ਵਰਗੀ ਸੋਹਣੀ ਤਾਂ ਨਹੀਂ ਸੀ, ਪਰ ਉਸ ਦੀ ਕਿਸਮਤ ਮੇਰੇ ਨਾਲੋਂ ਕਿਤੇ ਚੰਗੀ ਸੀ। ਉਸ ਨੂੰ ਆਪਣੇ ਕੱਪੜੇ ਪਹਿਨਾ ਕੇ ਮੈਂ ਉਸ ਦੇ ਫਟੇ ਪੁਰਾਣੇ ਕੱਪੜੇ ਪਹਿਨੇ ਅਤੇ ਉਸ ਦੇ ਨਾਲ ਬਾਹਰ ਆ ਗਈ। ਮੇਰਾ ਪਤੀ ਬੈਠਾ ਸਾਡੇ ਵੱਲ ਦੇਖ ਰਿਹਾ ਸੀ ਤੇ ਮੈਂ ਉਸ ਪਾਗਲ ਔਰਤ ਨੂੰ ਡਰੈਸਿੰਗ ਟੇਬਲ ਦੇ ਸਾਹਮਣੇ ਰੱਖੇ ਸਟੂਲ ਤੇ ਬਿਠਾ ਦਿੱਤਾ ਅਤੇ ਫਿਰ ਉਸ ਦਾ ਮੇਕਅਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਦਾ ਹੇਅਰ ਸਟਾਈਲ ਵੀ ਕੀਤਾ। ਉਸ ਨੂੰ ਉਹ ਸਾਰੇ ਗਹਿਣੇ ਪਹਿਨਾਏ ਜੋ ਮੈਂ ਕੁਝ ਸਮਾਂ ਪਹਿਲਾਂ ਪਹਿਨੇ ਹੋਏ ਸਨ। ਮੇਰੇ ਹੱਥ ਬੁਰੀ ਤਰ੍ਹਾਂ ਕੰਬ ਰਹੇ ਸਨ, ਜਦਕਿ ਡਰ ਅਤੇ ਪਰੇਸ਼ਾਨੀ ਦੇ ਨਾਲ-ਨਾਲ ਮੈਂ ਬਹੁਤ ਘਬਰਾਹਟ ਵੀ ਮਹਿਸੂਸ ਕਰ ਰਹੀ ਸੀ। ਉਹ ਪਾਗਲ ਕੁੜੀ ਮੈਨੂੰ ਦੁਸ਼ਮਣ ਲੱਗ ਰਹੀ ਸੀ। ਉਹ ਕੁੜੀ ਜੋ ਕੁਝ ਪਲ ਪਹਿਲਾਂ ਪਾਗਲ ਅਤੇ ਬਦਸੂਰਤ ਲੱਗ ਰਹੀ ਸੀ। ਤਿਆਰ ਕਰਨ ਤੋਂ ਬਾਅਦ ਜਦੋਂ ਮੈਂ ਇਸ ਨੂੰ ਧਿਆਨ ਨਾਲ ਦੇਖਿਆ ਤਾਂ
ਤਾਂ ਇਹ ਬਹੁਤ ਹੀ ਪਿਆਰੀ ਅਤੇ ਸੁੰਦਰ ਲੱਗ ਰਹੀ ਸੀ। ਉਸ ਨੂੰ ਦੇਖ ਕੇ ਮੈਂ ਹੋਰ ਵੀ ਰੋਣ ਲੱਗ ਪਈ ਕਿ ਮੇਰਾ ਪਤੀ ਮੇਰੀ ਜਗ੍ਹਾ ਕਿਸੇ ਅਣਜਾਣ ਅਤੇ ਪਾਗਲ ਔਰਤ ਨੂੰ ਦੇ ਰਿਹਾ ਹੈ। ਉਹ ਪਾਗਲ ਔਰਤ ਜਿਸ ਨੂੰ ਮੈਂ ਜਾਣਦੀ ਵੀ ਨਹੀਂ ਸੀ। ਉਹ ਪਾਗਲ ਔਰਤ ਬਹੁਤ ਉਤਸ਼ਾਹਿਤ ਸੀ। ਆਪਣੇ ਕੱਪੜਿਆਂ ਅਤੇ ਗਹਿਣਿਆਂ ਨੂੰ ਦੇਖ ਕੇ ਉਹ ਇੱਕ ਪਾਗਲ ਵਾਂਗ ਪ੍ਰਤੀਕਿਰਿਆ ਕਰ ਰਹੀ ਸੀ ਅਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਖੁਸ਼ ਹੋ ਰਹੀ ਸੀ ਅਤੇ ਤਾੜੀਆਂ ਮਾਰ ਰਹੀ। ਭਾਵ ਉਹ ਵੀ ਇਹ ਸਭ ਬਹੁਤ ਪਸੰਦ ਕਰ ਰਹੀ ਸੀ ਕਿ ਉਹ ਤਿਆਰ ਹੈ ਅਤੇ ਸੁੰਦਰ ਲੱਗ ਰਹੀ। ਉਸ ਨੂੰ ਤਿਆਰ ਕਰਨ ਤੋਂ ਬਾਅਦ ਮੈਂ ਉਸ ਵੱਲ ਧਿਆਨ ਨਾਲ ਦੇਖਿਆ ਤੇ ਫਿਰ ਮੈਂ ਆਪਣੇ ਪਤੀ ਵੱਲ ਦੇਖਿਆ ਅਤੇ ਉਸ ਨੇ ਸਿਰ ਹਿਲਾਇਆ, ਆਪਣੀ ਸੀਟ ਤੋਂ ਉੱਠਿਆ ਅਤੇ ਉਸ ਦੇ ਨੇੜੇ ਆਇਆ ਅਤੇ ਉਸ ਨੂੰ ਧਿਆਨ ਨਾਲ ਦੇਖਣ ਲੱਗਾ। ਇਸ ਤੋਂ ਬਾਅਦ ਉਹ ਮੇਰੇ ਵੱਲ ਦੇਖ ਕੇ ਮੈਨੂੰ ਉੱਥੋਂ ਜਾਣ ਦਾ ਇਸ਼ਾਰਾ ਕਰਨ ਲੱਗਾ। ਮੈਂ ਉਸ ਪਾਗਲ ਕੁੜੀ ਦਾ ਦੁਪੱਟਾ ਉਸਦੇ ਸਿਰ ਤੇ ਰੱਖ ਕੇ ਬਾਹਰ ਆ ਗਈ। ਮੈਂ ਆਪਣਾ ਮੇਕਅਪ ਵੀ ਉਤਾਰ ਲਿਆ ਸੀ ਅਤੇ ਮੇਰਾ ਚਿਹਰਾ ਸਾਫ਼ ਸੀ ਅਤੇ ਮੇਰੇ ਸਰੀਰ ਤੇ ਉਸ ਪਾਗਲ ਕੁੜੀ ਦੇ ਪੁਰਾਣੇ ਫਟੇ ਹੋਏ ਕੱਪੜੇ ਸਨ। ਜੇਕਰ ਕੋਈ ਮੈਨੂੰ ਦੇਖਦਾ ਤਾਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਮੈਂ ਉਹੀ ਦੁਲਹਨ ਹਾਂ ਜੋ ਕੁਝ ਸਮਾਂ ਪਹਿਲਾਂ ਇਸ ਘਰ ਵਿੱਚ ਆਈ ਸੀ। ਇਸ ਸਮੇਂ ਮੈਂ ਉਸ ਪਾਗਲ ਔਰਤ ਵਾਂਗ ਜਾਪਦੀ ਸੀ ਜਿਸ ਨੂੰ ਮੇਰਾ ਪਤੀ ਅੰਦਰ ਲਿਆਇਆ ਸੀ। ਇਸ ਸਮੇਂ ਮੈਂ ਪਾਗਲ ਲੱਗ ਰਹੀ ਸੀ। ਮੈਂ ਵੀ ਪਹਿਲੀ ਵਾਰ ਇੱਥੇ ਆਈ ਸੀ ਤੇ ਇਹ ਘਰ ਮੇਰੇ ਲਈ ਵੀ ਅਣਜਾਣ ਸੀ। ਇਸ ਲਈ ਮੈਂ ਕਮਰੇ ਵਿੱਚੋਂ ਬਾਹਰ ਆ ਕੇ ਦਰਵਾਜ਼ੇ ਦੇ ਬਾਹਰ ਬੈਠ ਗਈ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਰਾਤ ਦੇ ਇਸ ਸਮੇਂ ਕਿੱਥੇ ਜਾਣਾ ਹੈ ਅਤੇ ਜੇਕਰ ਮੈਂ ਕਿਸੇ ਦੇ ਕਮਰੇ ਵਿੱਚ ਜਾਂਦੀ ਤਾਂ ਉਹ ਮੈਨੂੰ ਪੁੱਛਦੇ ਕਿ ਮੈਂ ਆਪਣੇ ਕਮਰੇ ਵਿੱਚ ਕਿਉਂ ਨਹੀਂ ਹਾਂ। ਇਸ ਹਾਲਾਤ ਵਿੱਚ ਮੈਂ ਕਮਰੇ ਦੇ ਬਾਹਰ ਕੀ ਕਰ ਰਹੀ ਹਾਂ? ਮੈਨੂੰ ਤਲਾਕ ਦਾ ਡਰ ਸੀ। ਇਸ ਲਈ ਮੈਂ ਚੁੱਪਚਾਪ ਆ ਕੇ ਆਪਣੇ ਪਤੀ ਦੇ ਕਮਰੇ ਦੇ ਬਾਹਰ ਬੈਠ ਗਈ ਅਤੇ ਆਪਣਾ ਮੂੰਹ ਸਕਾਫ ਨਾਲ ਚੰਗੀ ਤਰ੍ਹਾਂ ਢੱਕ ਲਿਆ। ਪਰੇਸ਼ਾਨੀ ਕਾਰਨ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ। ਇਹੀ ਕਾਰਨ ਸੀ ਕਿ ਮੈਂ ਅਜੇ ਵੀ ਜਾਗ ਰਹੀ ਸੀ। ਮੈਂ ਅਜੇ ਉੱਥੇ ਬੈਠੀ ਹੀ ਸੀ ਕਿ ਅਚਾਨਕ ਮੈਨੂੰ ਕਿਸੇ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਤਾਂ ਮੈਂ ਹੈਰਾਨ ਹੋ ਕੇ ਇਸ ਦਿਸ਼ਾ ਵੱਲ ਦੇਖਣ ਲੱਗੀ ਤਾਂ ਦੇਖਿਆ ਕਿ ਮੇਰਾ ਦਿਓਰ ਮੇਰੇ ਸਾਹਮਣੇ ਆ ਰਿਹਾ ਸੀ। ਜਦੋਂ ਉਸਨੇ ਮੈਨੂੰ ਦਰਵਾਜ਼ੇ ਦੇ ਬਾਹਰ ਬੈਠਾ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਅਤੇ ਫਿਰ ਕੁਝ ਦੇਰ ਬਾਅਦ ਉਹ ਬਿਨਾਂ ਕੁਝ ਕਹੇ ਮੈਨੂੰ ਫੜ ਕੇ ਆਪਣੇ ਨਾਲ ਲੈ ਜਾਣ ਲੱਗਾ। ਉਹ ਮੈਨੂੰ ਦੇਖ ਨਹੀਂ ਸਕਿਆ ਕਿਉਂਕਿ ਮੇਰਾ ਚਿਹਰਾ ਲੁਕਿਆ ਹੋਇਆ ਸੀ। ਮੈਂ ਉਸ ਦੇ ਸਾਹਮਣੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ ਤਾਂ ਉਹ ਮੈਨੂੰ ਘੜੀਸ ਕੇ ਕਮਰੇ ਵਿੱਚ ਲੈ ਜਾਣ ਲੱਗਾ, ਜਿਸ ਤੇ ਮੈਂ ਚੁੱਪਚਾਪ ਉਸ ਨਾਲ ਇਹ ਸੋਚ ਕੇ ਤੁਰਨ ਲੱਗੀ ਕਿ ਜੇਕਰ ਮੈਂ ਆਪਣਾ ਮੂੰਹ ਖੋਲਿਆ ਤਾਂ ਮੇਰੀ ਬੇਇੱਜ਼ਤੀ ਹੀ ਹੋਣੀ ਸੀ ਕਿ ਪਹਿਲੀ ਰਾਤ ਹੀ ਮੇਰੇ ਪਤੀ ਨੇ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ। ਸ਼ਾਇਦ ਉਹ ਮੈਨੂੰ ਉਹ ਪਾਗਲ ਔਰਤ ਸਮਝ ਰਿਹਾ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਉਹ ਪਾਗਲ ਔਰਤ ਇਹਨਾਂ ਦੀ ਕੁਝ ਨਾ ਕੁਝ ਲੱਗਦੀ ਸੀ। ਇਹ ਸਵਾਲ ਮੇਰੇ ਮਨ ਵਿੱਚ ਘੁੰਮ ਰਿਹਾ ਸੀ। ਮੇਰਾ ਦਿਓਰ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਹਨੇਰਾ ਸੀ। ਸ਼ਾਇਦ ਇਹ ਘਰ ਦਾ ਸਟੋਰ ਰੂਮ ਸੀ। ਉਸ ਨੇ ਅੱਗੇ ਜਾ ਕੇ ਲਾਈਟ ਆਨ ਕਰ ਦਿੱਤੀ। ਮੈਂ ਹੁਣ ਆਰਾਮ ਮਹਿਸੂਸ ਕਰ ਰਹੀ ਸੀ ਪਰ ਮੇਰੇ ਹੋਸ਼ ਉੱਡ ਗਏ ਜਦੋਂ ਉਸਨੇ ਮੈਨੂੰ ਰੱਸੀ ਨਾਲ ਬੰਨ੍ਹ ਕੇ ਮੇਰੇ ਸਾਹਮਣੇ ਬਾਸੀ ਰੋਟੀ ਅਤੇ ਠੰਡੀ ਸਬਜ਼ੀ ਰੱਖ ਦਿੱਤੀ, ਜਿਸ ਦੇ ਨਾਲ ਕੁਝ ਦਵਾਈਆਂ ਵੀ ਰੱਖੀਆਂ ਹੋਈਆਂ ਸਨ। ਭਾਵ ਖਾਣਾ ਖਾਣ ਤੋਂ ਬਾਅਦ ਉਹ ਮੈਨੂੰ ਦਵਾਈਆਂ ਵੀ ਦੇਣ ਵਾਲਾ ਜੋ ਸ਼ਾਇਦ ਉਸ ਪਾਗਲ ਔਰਤ ਦੀਆਂ ਸਨ ਅਤੇ ਮੈਂ ਇਹ ਦਵਾਈਆਂ ਬਿਲਕੁਲ ਨਹੀਂ ਲੈ ਸਕਦੀ ਸੀ ਕਿਉਂਕਿ ਮੈਂ ਪਾਗਲ ਨਹੀਂ ਸੀ। ਮੇਰੀ ਇੱਕ ਲੱਤ ਰੱਸੀ ਨਾਲ ਬੰਨੀ ਹੋਈ ਸੀ ਜਦਕਿ ਮੇਰੇ ਦੋਵੇਂ ਹੱਥ ਖੁੱਲੇ ਹੋਏ ਸਨ। ਉਸਨੇ ਗੁੱਸੇ ਨਾਲ ਕਿਹਾ ਖਾਣਾ ਖਾਓ ਪਰ ਮੈਂ ਝਟ ਸਿਰ ਹਿਲਾ ਕੇ ਇਨਕਾਰ ਕਰ ਦਿੱਤਾ ਕਿ ਮੈਂ ਖਾਣਾ ਨਹੀਂ ਚਾਹੁੰਦੀ। ਜਿਵੇਂ ਹੀ ਮੈਂ ਸਿਰ ਹਿਲਾਇਆ ਤਾਂ ਦੁਪੱਟਾ ਮੇਰੇ ਸਿਰ ਤੋਂ ਉਤਰ ਗਿਆ ਜਿਸ ਕਾਰਨ ਮੇਰਾ ਚਿਹਰਾ ਉਸ ਦੇ ਸਾਹਮਣੇ ਆ ਗਿਆ। ਜਿਵੇਂ ਹੀ ਮੇਰੇ ਦਿਓਰ ਨੇ ਮੇਰੇ ਚਿਹਰੇ ਵੱਲ ਦੇਖਿਆ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਿਆ ਅਤੇ ਉਹ ਮੇਰੇ ਵੱਲ ਫਟੀਆਂ ਅੱਖਾਂ ਨਾਲ ਦੇਖ ਰਿਹਾ ਸੀ ਅਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਮੈਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਉਸਨੇ ਬੜੀ ਹੈਰਾਨੀ ਨਾਲ ਕਠੋਰ ਆਵਾਜ਼ ਵਿੱਚ ਮੈਨੂੰ ਪੁੱਛਿਆ, ਜਿਵੇਂ ਉਸ ਨੂੰ ਹੁਣੇ ਹੀ ਪਤਾ ਲੱਗਾ ਹੋਵੇ ਕਿ ਇਹ ਉਹ ਪਾਗਲ ਔਰਤ ਨਹੀਂ ਸਗੋਂ ਮੈਂ ਸੀ ਜੋ ਅੱਜ ਹੀ ਉਸ ਦੀ ਭਾਬੀ ਬਣੀ ਸੀ। ਉਸ ਦੇ ਸਵਾਲ ਤੇ ਮੈਂ ਰੋਣ ਲੱਗ ਪਈ। ਉਸਨੇ ਅੱਗੇ ਜਾ ਕੇ ਮੇਰੀਆਂ ਰੱਸੀਆਂ ਖੋਲ ਦਿੱਤੀਆਂ ਅਤੇ ਮੈਨੂੰ ਆਜ਼ਾਦ ਕਰ ਦਿੱਤਾ, ਜਿਸ ਉੱਤੇ ਮੈਂ ਦੁਪੱਟੇ ਨਾਲ ਚੰਗੀ ਤਰ੍ਹਾਂ ਮੂੰਹ ਢੱਕ ਲਿਆ। ਮੈਨੂੰ ਬਹੁਤ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਜਦੋਂ ਮੇਰੇ ਦਿਓਰ ਨੇ ਪੁੱਛਿਆ ਤਾਂ ਮੈਂ ਰੋਂਦੇ ਹੋਏ ਸਾਰੀ ਗੱਲ ਦੱਸੀ, ਜਿਸ ਤੇ ਮੇਰਾ ਦਿਓਰ ਸਿਰ ਫੜ ਕੇ ਬੈਠ ਗਿਆ ਅਤੇ ਕਹਿਣ ਲੱਗਾ ਕਿ ਤੁਹਾਨੂੰ ਆਪਣਾ ਕਮਰਾ ਨਹੀਂ ਛੱਡਣਾ ਚਾਹੀਦਾ ਸੀ ਅਤੇ ਭਰਾ ਦੀ ਗੱਲ ਮੰਨ ਕੇ ਤੁਸੀਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਸਗੋਂ ਉਸ ਪਾਗਲ ਨੂੰ ਆਪਣੀ ਥਾਂ ਦੁਲਹਨ ਬਣਾ ਕੇ ਆਏ ਹੋ ਤੇ ਆਪ ਇਹ ਪੁਰਾਣੇ ਫਟੇ ਹੋਏ ਕੱਪੜੇ ਪਾ ਲਏ ਹਨ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੇਰੇ ਭਰਾ ਨੇ
ਮੈਨੂੰ ਤਲਾਕ ਦੇਣ ਅਤੇ ਘਰੋਂ ਕੱਢਣ ਦੀ ਧਮਕੀ ਦਿੱਤੀ ਸੀ। ਮੈਂ ਇੱਕ ਗਰੀਬ ਘਰ ਦੀ ਕੁੜੀ ਹਾਂ ਤੇ ਮੇਰੀ ਮਾਂ ਮੇਰੇ ਤਲਾਕ ਬਾਰੇ ਸੁਣ ਕੇ ਜਿਉਂਦੇ ਜੀ ਹੀ ਮਰ ਜਾਵੇਗੀ। ਇਹੀ ਕਾਰਨ ਹੈ ਕਿ ਮੈਂ ਤੁਹਾਡੇ ਭਰਾ ਦੀ ਗੱਲ ਮੰਨ ਲਈ। ਮੇਰੀ ਗੱਲ ਸੁਣ ਕੇ ਉਸਨੇ ਮੈਨੂੰ ਦਿਲਾਸਾ ਦਿੱਤਾ ਅਤੇ ਇੱਕ ਡੂੰਘਾ ਸਾਹ ਲਿਆ ਅਤੇ ਫਿਰ ਮੈਨੂੰ ਆਪਣੇ ਪਿੱਛੇ ਚੱਲਣ ਦਾ ਇਸ਼ਾਰਾ ਕੀਤਾ। ਪਿੱਛੇ ਆਉਣ ਦਾ ਇਸ਼ਾਰਾ ਕਰਕੇ ਬਾਹਰ ਨਿਕਲ ਗਿਆ। ਡਰਦੀ ਡਰਦੀ ਮੈਂ ਆਪਣੇ ਦਿਓਰ ਦੇ ਮਗਰ ਕਮਰੇ ਤੋਂ ਬਾਹਰ ਆ ਗਈ ਅਤੇ ਫਿਰ ਸਟੋਰ ਰੂਮ ਤੋਂ ਦੂਜੇ ਕਮਰੇ ਵੱਲ ਉਸ ਦੇ ਪਿੱਛੇ ਪਿੱਛੇ ਤੁਰ ਪਈ ਤੇ ਦੂਜੇ ਕਮਰੇ ਵਿੱਚ ਬੈੱਡ ਤੇ ਮੇਰੀ ਸੱਸ ਸੁੱਤੀ ਪਈ ਸੀ। ਇਸ ਤੋਂ ਬਾਅਦ ਮੇਰੇ ਦਿਓਰ ਨੇ ਉਸ ਨੂੰ ਨੀਂਦ ਤੋਂ ਜਗਾਇਆ ਤਾਂ ਉਹ ਜਾਗਣ ਤੋਂ ਬਾਅਦ ਬਹੁਤ ਹੈਰਾਨ ਹੋਈ ਅਤੇ ਮੈਨੂੰ ਫਟੇ ਪੁਰਾਣੇ ਕੱਪੜਿਆਂ ਵਿੱਚ ਦੇਖ ਕੇ ਹੈਰਾਨ ਰਹਿ ਗਈ। ਉਹਨਾਂ ਦੀ ਹੈਰਾਨੀ ਤੇ ਮੈਂ ਨਹੀਂ ਸਗੋਂ ਮੇਰੇ ਦਿਓਰ ਨੇ ਉਹਨਾਂ ਨੂੰ ਸਭ ਕੁਝ ਦੱਸਿਆ, ਜਿਸ ਤੇ ਮੇਰੀ ਸੱਸ ਡੂੰਘੇ ਸਾਹ ਲੈ ਕੇ ਰਹਿ ਗਈ। ਮੈਂ ਮਹਿਸੂਸ ਕੀਤਾ ਕਿ ਮੇਰੇ ਤੋਂ ਜ਼ਰੂਰ ਕੁਝ ਛੁਪਾਇਆ ਜਾ ਰਿਹਾ ਸੀ। ਫਿਰ ਮੈਂ ਡਰਦੀ ਹੋਈ ਨੇ ਪੁੱਛਿਆ ਕਿ ਉਹ ਔਰਤ ਕੌਣ ਸੀ ਜਿਸ ਨੂੰ ਮੇਰਾ ਪਤੀ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਉਸ ਦੇ ਕਾਰਨ ਉਸਨੇ ਮੈਨੂੰ ਆਪਣੇ ਕਮਰੇ ਵਿੱਚੋਂ ਵੀ ਬਾਹਰ ਕੱਢ ਦਿੱਤਾ। ਮੇਰੀ ਸੱਸ ਨੇ ਮੇਰੇ ਦਿਓਰ ਨੂੰ ਕਮਰੇ ਤੋਂ ਬਾਹਰ ਜਾਣ ਦਾ ਇਸ਼ਾਰਾ ਕੀਤਾ। ਜਦੋਂ ਉਹ ਬਾਹਰ ਗਿਆ ਤਾਂ ਮੇਰੀ ਸੱਸ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਅਤੇ ਦੱਸਿਆ ਕਿ ਉਹ ਗੁਆਂਢ ਵਿੱਚ ਰਹਿੰਦੀ ਉਸ ਦੀ ਸਹੇਲੀ ਦੀ ਧੀ ਹੈ। ਉਸ ਦੇ ਮਾਤਾ ਪਿਤਾ ਉਸ ਨੂੰ ਬਚਪਨ ਵਿੱਚ ਹੀ ਛੱਡ ਗਏ ਸਨ, ਜਿਸ ਤੋਂ ਬਾਅਦ ਉਹ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਮੇਰੀ ਸੱਸ ਵੀ ਉਸ ਦਾ ਬਹੁਤ ਖਿਆਲ ਰੱਖਦੀ ਸੀ ਅਤੇ ਇਸ ਕਾਰਨ ਮੇਰੀ ਸੱਸ ਦਾ ਉਸ ਦੇ ਘਰ ਆਉਣਾ ਜਾਣਾ ਅਕਸਰ ਹੁੰਦਾ ਰਹਿੰਦਾ ਸੀ ਅਤੇ ਮੇਰੀ ਸੱਸ ਨੇ ਉਸ ਦਾ ਪਾਲਣ ਪੋਸ਼ਣ ਵੀ ਆਪਣੇ ਬੱਚੇ ਦੀ ਤਰ੍ਹਾਂ ਹੀ ਕੀਤਾ ਸੀ। ਮੇਰੀ ਸੱਸ ਨੇ ਕਦੇ ਵੀ ਉਸ ਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਉਹ ਹਮੇਸ਼ਾ ਉਸ ਦੀ ਦੇਖਭਾਲ ਕਰਦੀ ਸੀ। ਸਮਾਂ ਬੀਤਦਾ ਗਿਆ ਅਤੇ ਉਹ ਵੀ ਮੇਰੀ ਸੱਸ ਦੇ ਬੱਚਿਆਂ ਨਾਲ ਵੱਡੀ ਹੋ ਗਈ। ਦੋ ਭਰਾਵਾਂ ਵਿੱਚੋਂ ਸੁਭਾਸ਼ ਉਸ ਦੇ ਸਭ ਤੋਂ ਨੇੜੇ ਸੀ। ਉਹ ਉਸ ਦਾ ਪਸੰਦੀਦਾ ਸੀ ਅਤੇ ਉਹ ਉਸ ਦਾ ਸਭ ਤੋਂ ਵਧੀਆ ਦੋਸਤ ਵੀ ਬਣ ਗਿਆ ਸੀ। ਜਦੋਂ ਉਹ ਸੁਭਾਸ਼ ਅਤੇ ਉਸ ਦੀ ਉਮਰ ਵਿੱਚ 5 ਸਾਲ ਦਾ ਅੰਤਰ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੁਭਾਸ਼ ਨੇ ਨੌਕਰੀ ਕਰ ਲਈ। ਜਦੋਂ ਮੇਰੀ ਸੱਸ ਨੇ ਕਿਹਾ ਕਿ ਉਹ ਉਸ ਦਾ ਵਿਆਹ ਆਪਣੀ ਧੀ ਵਾਂਗ ਕਰੇਗੀ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਈ ਲੜਕਾ ਪਸੰਦ ਹੈ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਮੇਰੀ ਸੱਸ ਨੇ ਦੱਸਿਆ ਕਿ ਉਸ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹ ਵੀ ਉਸ ਦੀ ਖੁਸ਼ੀ ਨੂੰ ਮਹੱਤਵ ਦਿੰਦੀ ਸੀ। ਉਸ ਨੇ ਦੱਸਿਆ ਕਿ ਇਸ ਪਾਗਲ ਕੁੜੀ ਦਾ ਨਾਮ ਜਗਿਆਸਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਗਿਆਸਾ ਦਾ ਅਫੇਅਰ ਕਿਵੇਂ ਚੱਲਿਆ ਅਤੇ ਉਸ ਦੀ ਉਸ ਮੁੰਡੇ ਨਾਲ ਮੁਲਾਕਾਤ ਕਿਵੇਂ ਹੋਈ। ਉਸ ਦੀ ਉਸ ਮੁੰਡੇ ਨਾਲ ਜਾਣ ਪਛਾਣ ਕਿਵੇਂ ਹੋਈ ਜਿਸ ਨਾਲ ਉਸ ਨੂੰ ਪਿਆਰ ਹੋ ਗਿਆ ਸੀ। ਮੇਰੀ ਸੱਸ ਨੇ ਸੋਚਿਆ ਕਿ ਸ਼ਾਇਦ ਜਗਿਆਸਾ ਕਿਸੇ ਮੁੰਡੇ ਦੀ ਗੱਲ ਕਰ ਰਹੀ ਹੈ ਜੋ ਸ਼ਾਇਦ ਉਹਨਾਂ ਦੇ ਕਾਲਜ ਵਿੱਚ ਪੜ੍ਹਦਾ ਸੀ। ਇਸ ਤਰ੍ਹਾਂ ਦੋਵਾਂ ਦੀ ਜਾਣ ਪਛਾਣ ਹੋਈ ਹੋਵੇਗੀ। ਮੁੰਡਾ ਸੋਹਣਾ ਸੀ ਅਤੇ ਇਸੇ ਕਰਕੇ ਮੇਰੀ ਸੱਸ ਨੇ ਜਗਿਆਸਾ ਦੀ ਗੱਲ ਮੰਨ ਲਈ। ਦੋਵਾਂ ਦੇ ਰਿਸ਼ਤੇ ਦੀ ਗੱਲ ਹੋ ਗਈ ਸੀ, ਪਰ ਜਦੋਂ ਸੁਭਾਸ਼ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਕਾਫੀ ਹੰਗਾਮਾ ਕੀਤਾ ਕਿ ਉਹ ਜਗਿਆਸਾ ਨੂੰ ਪਸੰਦ ਕਰਦਾ ਹੈ ਅਤੇ ਜਗਿਆਸਾ ਨਾਲ ਵਿਆਹ ਕਰਨਾ ਚਾਹੁੰਦਾ ਹੈ। ਸੁਭਾਸ਼ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਜੇਕਰ ਉਹ ਵਿਆਹ ਕਰੇਗਾ ਤਾਂ ਜਗਿਆਸਾ ਨਾਲ ਹੀ ਕਰੇਗਾ। ਮੇਰੀ ਸੱਸ ਨੂੰ ਵੀ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਸੀ, ਸਗੋਂ ਉਹ ਇਸ ਗੱਲੋਂ ਖੁਸ਼ ਸੀ ਕਿ ਉਸ ਦਾ ਪੁੱਤਰ ਉਸ ਕੁੜੀ ਨੂੰ ਪਸੰਦ ਕਰਦਾ ਸੀ ਜਿਸ ਨੂੰ ਉਹ ਇੰਨੇ ਸਾਲਾਂ ਤੋਂ ਜਾਣਦੀ ਸੀ ਅਤੇ ਜਿਸ ਨੂੰ ਉਸ ਨੇ ਆਪ ਪਾਲਿਆ ਸੀ ਅਤੇ ਉਹ ਇਸ ਗੱਲ ਤੋਂ ਦੁੱਗਣੀ ਖੁਸ਼ ਸੀ ਕਿ ਸੁਭਾਸ਼ ਜਗਿਆਸਾ ਨੂੰ ਬਹੁਤ ਪਿਆਰ ਕਰਦਾ ਸੀ। ਅਤੇ ਫਿਰ ਜਦੋਂ ਜਗਿਆਸਾ ਨੂੰ ਪਤਾ ਲੱਗਾ ਕਿ ਸੁਭਾਸ਼ ਉਸ ਨੂੰ ਬਹੁਤ ਪਿਆਰ ਕਰਦਾ ਹੈ ਤਾਂ ਸ਼ਾਇਦ ਜਗਿਆਸਾ ਨੂੰ ਇਹ ਗੱਲ ਠੀਕ ਨਾ ਲੱਗੀ ਅਤੇ ਉਹ ਮੇਰੀ ਸੱਸ ਦੇ ਪਰਿਵਾਰ ਨਾਲ ਨਫ਼ਰਤ ਕਰਨ ਲੱਗ ਪਈ। ਮੇਰੀ ਸੱਸ ਨੇ ਇਸ ਬਾਰੇ ਜਗਿਆਸਾ ਨੂੰ ਕੁਝ ਨਹੀਂ ਪੁੱਛਿਆ ਅਤੇ ਸੁਭਾਸ਼ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਜਗਿਆਸਾ ਵਿਆਹ ਲਈ ਤਿਆਰ ਨਹੀਂ ਅਤੇ ਨਾ ਹੀ ਉਹ ਸੁਭਾਸ਼ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਹ ਸੁਣ ਕੇ ਸੁਭਾਸ਼ ਵੀ ਚੁੱਪ ਹੋ ਗਿਆ ਅਤੇ ਕੁਝ ਦਿਨਾਂ ਲਈ ਆਪਣਾ ਸ਼ਹਿਰ ਛੱਡ ਕੇ ਕਾਰੋਬਾਰ ਲਈ ਦੂਜੇ ਸ਼ਹਿਰ ਚਲਾ ਗਿਆ ਅਤੇ ਜਗਿਆਸਾ ਦੇ ਵਿਆਹ ਵਿੱਚ ਵੀ ਸ਼ਾਮਲ ਨਹੀਂ ਹੋਇਆ। ਜਗਿਆਸਾ ਦਾ ਜਲਦੀ ਹੀ ਉਸ ਲੜਕੇ ਨਾਲ ਵਿਆਹ ਹੋ ਗਿਆ ਕਿਉਂਕਿ ਲੜਕੇ ਦੇ ਪਰਿਵਾਰ ਵਾਲੇ ਵਿਆਹ ਲਈ ਕਾਹਲੇ ਸਨ। ਜਗਿਆਸਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੁਭਾਸ਼ ਦੀ ਮਾਂ ਨੂੰ ਬਹੁਤ ਰਾਹਤ ਮਿਲੀ, ਪਰ ਹੌਲੀ-ਹੌਲੀ ਜਗਿਆਸਾ ਦੇ ਵਿਆਹ ਨੂੰ 2 ਮਹੀਨੇ ਹੀ ਹੋਏ ਸਨ। ਜਦੋਂ ਜਗਿਆਸਾ ਵਾਪਸ ਆਈ ਤਾਂ ਉਹ ਆਪਣੇ ਸਹੁਰੇ ਘਰ ਰਹਿ ਕੇ ਪਾਗਲ ਹੋ ਚੁੱਕੀ ਸੀ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਉਸ ਨੂੰ ਤਲਾਕ ਦੇ ਕੇ ਕਿਤੇ ਫਰਾਰ ਹੋ ਗਿਆ ਹੈ। ਉਸ ਦੇ ਪਤੀ ਅਤੇ ਜਗਿਆਸਾ ਵਿਚਕਾਰ ਮੁਲਾਕਾਤ ਸੋਸ਼ਲ ਮੀਡੀਆ ਤੇ ਹੋਈ ਅਤੇ ਜਗਿਆਸਾ ਦੇ ਸੋਨੇ ਦੇ ਗਹਿਣੇ, ਕੁਝ ਪੈਸੇ ਅਤੇ ਹੋਰ ਸਾਰਾ ਕੀਮਤੀ ਸਮਾਨ ਖੋਹ ਕੇ ਉਸ ਦਾ ਪਤੀ ਉਸ ਨੂੰ ਤਲਾਕ ਦੇ ਕੇ ਫਰਾਰ ਹੋ ਗਿਆ ਅਤੇ ਉਹ ਕਿੱਥੇ ਚਲਾ ਗਿਆ ਸੀ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਭਾਵ ਉਸ ਨੇ ਜਗਿਆਸਾ ਨਾਲ ਧੋਖੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਭੋਲੀ ਭਾਲੀ ਜਗਿਆਸਾ ਨੇ ਉਸ ਦੇ ਕਹੇ ਤੇ ਚੱਲ ਕੇ ਆਪਣਾ ਜੀਵਨ ਬਰਬਾਦ ਕਰ ਦਿੱਤਾ ਸੀ।
ਜਗਿਆਸਾ ਗਰਭਵਤੀ ਸੀ ਅਤੇ ਇਹ ਖਬਰ ਉਸ ਲਈ ਕਿਸੇ ਵੱਡੇ ਸ਼ੌਕ ਤੋਂ ਘੱਟ ਨਹੀਂ ਸੀ। ਉਸ ਦਾ ਦਿਮਾਗ ਹਿੱਲ ਗਿਆ ਅਤੇ ਉਸਨੇ ਪਾਗਲਾਂ ਵਾਂਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਉਹ ਪੂਰੀ ਤਰ੍ਹਾਂ ਪਾਗਲ ਹੋ ਗਈ। ਜਦੋਂ ਉਸਨੇ ਆਪਣਾ ਬੱਚਾ ਗਵਾ ਦਿੱਤਾ, ਉਹ ਛੱਤ ਤੇ ਡਿੱਗ ਗਈ ਸੀ, ਜਿਸ ਕਾਰਨ ਗਰਭਪਾਤ ਹੋ ਗਿਆ ਸੀ ਅਤੇ ਉਹ ਮਾਨਸਿਕ ਤੌਰ ਤੇ ਟੁੱਟ ਗਈ ਸੀ। ਉਹ ਪੂਰੀ ਤਰ੍ਹਾਂ ਪਾਗਲ ਹੋ ਗਈ। ਜਦੋਂ ਸੁਭਾਸ਼ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਾਪਸ ਆ ਗਿਆ ਅਤੇ ਜਗਿਆਸਾ ਦੀ ਦੇਖਭਾਲ ਕਰਨ ਅਤੇ ਉਸ ਦਾ ਇਲਾਜ ਕਰਵਾਉਣ ਲੱਗਾ, ਪਰ ਡਾਕਟਰ ਨੇ ਕਿਹਾ ਕਿ ਸ਼ਾਇਦ ਉਹ ਠੀਕ ਨਹੀਂ ਹੋ ਸਕੇਗੀ। ਡਾਕਟਰ ਨੇ ਦੱਸਿਆ ਕਿ ਜਗਿਆਸਾ ਨੂੰ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਕੀਤਾ ਗਿਆ ਸੀ, ਜਿਸ ਕਾਰਨ ਉਹ ਹੁਣ ਹੋਸ਼ 'ਚ ਨਹੀਂ ਹੈ। ਜੇਕਰ ਉਹੀ ਗੱਲ ਉਸ ਨਾਲ ਦੁਬਾਰਾ ਦੁਹਰਾਈ ਜਾਵੇ ਤਾਂ ਸ਼ਾਇਦ ਉਹ ਠੀਕ ਹੋ ਜਾਵੇਗੀ ਅਤੇ ਉਸ ਨੂੰ ਸਭ ਕੁਝ ਯਾਦ ਆ ਜਾਵੇਗਾ, ਜਾਂ ਉਸ ਦਾ ਵਿਆਹ ਕਰ ਦਿੱਤਾ ਜਾਵੇਗਾ ਤੇ ਉਸ ਦਾ ਪਤੀ ਅਤੇ ਉਸ ਦੇ ਬੱਚੇ ਹੋਣ ਤਾਂ ਉਹ ਸ਼ਾਇਦ ਠੀਕ ਹੋ ਸਕਦੀ ਹੈ। ਸੁਭਾਸ਼ ਨੇ ਇਹ ਸੁਣ ਕੇ ਹੋਰ ਹੰਗਾਮਾ ਕਰ ਦਿੱਤਾ ਕਿ ਉਹ ਜਗਿਆਸਾ ਨਾਲ ਵਿਆਹ ਕਰ ਲਵੇਗਾ, ਭਾਵੇਂ ਉਹ ਪਾਗਲ ਹੈ। ਮੇਰੀ ਸੱਸ ਨੇ ਬੜੀ ਮੁਸ਼ੱਕਤ ਨਾਲ ਆਪਣੇ ਪੁੱਤਰ ਨੂੰ ਇਹ ਕਸਮ ਦੇ ਕੇ ਰੋਕਿਆ ਕਿ ਉਹ ਹੁਣੇ ਉਸ ਨਾਲ ਵਿਆਹ ਨਾ ਕਰੇ ਅਤੇ ਪਹਿਲਾਂ ਉਸ ਦਾ ਇਲਾਜ ਕਰਵਾਵੇ। ਇਲਾਜ ਕਰਵਾਉਂਦੇ ਹੋਏ 1 ਸਾਲ ਬੀਤ ਚੁੱਕਾ ਸੀ, ਪਰ ਅੱਜ ਤੱਕ ਜਗਿਆਸਾ ਠੀਕ ਨਹੀਂ ਹੋਈ। ਇਸ ਲਈ ਕੀ ਸੰਭਾਵਨਾ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਠੀਕ ਹੋ ਸਕਦੀ ਸੀ ਅਤੇ ਹੁਣ ਉਹ ਪਹਿਲਾਂ ਵਾਂਗ ਨਾ ਚੰਗੀ ਤਰ੍ਹਾਂ ਖਾਂਦੀ ਸੀ, ਨਾ ਪੀਂਦੀ ਸੀ ਅਤੇ ਨਾ ਹੀ ਕੱਪੜੇ ਪਹਿਨਦੀ ਹੈ ਤੇ ਕਿਸੇ ਨੂੰ ਆਪਣੇ ਆਪ ਨੂੰ ਛੂਹਣ ਵੀ ਨਹੀਂ ਦਿੰਦੀ ਹੈ। ਇਸੇ ਕਰਕੇ ਉਸ ਨੂੰ ਕਈ ਵਾਰ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ, ਕਿਉਂਕਿ ਉਸਨੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਘਰੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ। ਦੋਵਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਸੀ। ਸੁਭਾਸ਼ ਦੇ ਪਿਛਲੇ 1 ਸਾਲ ਤੋਂ ਕੀਤੀ ਮਿਹਨਤ ਕਾਮਯਾਬ ਨਹੀਂ ਹੋ ਸਕੀ ਅਤੇ ਉਹ ਅਜੇ ਵੀ ਉਵੇਂ ਹੀ ਹੈ। ਇਸ ਲਈ ਪਰਿਵਾਰ ਵਾਲਿਆਂ ਨੇ ਸਮਝਿਆ ਕਿ ਸੁਭਾਸ਼ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ ਕਿ ਸ਼ਾਇਦ ਵਿਆਹ ਤੋਂ ਬਾਅਦ ਸੁਭਾਸ਼ ਦੇ ਮਨ ਵਿੱਚੋਂ ਜਗਿਆਸਾ ਦੇ ਖਿਆਲ ਦੂਰ ਹੋ ਜਾਣ। ਮੇਰੀ ਸੱਸ ਭਾਵ ਸੁਭਾਸ਼ ਦੀ ਮਾਂ ਸੁਭਾਸ਼ ਨੂੰ ਆਪਣੀ ਜ਼ਿੰਦਗੀ ਵਿੱਚ ਸਫਲ ਦੇਖਣਾ ਚਾਹੁੰਦੀ ਸੀ। ਪਿਛਲੇ ਕੁਝ ਦਿਨਾਂ ਤੋਂ ਜਗਿਆਸਾ ਦੀ ਤਬੀਅਤ ਵਿਗੜਨ ਲੱਗੀ ਸੀ ਅਤੇ ਸੁਭਾਸ਼ ਵਿਆਹ ਦੀਆਂ ਮੁਸ਼ਕਲਾਂ ਕਾਰਨ ਉਸ ਨੂੰ ਡਾਕਟਰ ਕੋਲ ਨਹੀਂ ਲਿਜਾ ਸਕਿਆ ਅਤੇ ਮੇਰੇ ਪਤੀ ਦੇ ਮੇਰੇ ਪ੍ਰਤੀ ਇਸ ਤਰ੍ਹਾਂ ਦੇ ਵਿਵਹਾਰ ਦਾ ਕਾਰਨ ਵੀ ਜਗਿਆਸਾ ਹੀ ਸੀ। ਜਗਿਆਸਾ ਨੂੰ ਆਪਣੀ ਵਹੁਟੀ ਬਣਾ ਕੇ ਉਹ ਉਸ ਨੂੰ ਇੱਕ ਵਾਰ ਫਿਰ ਉਸ ਦੇ ਪਿਛਲੇ ਜੀਵਨ ਦੀ ਯਾਦ ਦਿਵਾਉਣਾ ਚਾਹੁੰਦਾ ਸੀ ਤੇ ਜਗਿਆਸਾ ਉਸ ਦੇ ਕਮਰੇ ਵਿੱਚ ਮੌਜੂਦ ਸੀ। ਜਦੋਂ ਕਿ ਆਪਣੀ ਸੱਸ ਦੇ ਮੂੰਹੋਂ ਇਹ ਸਭ ਸੁਣ ਕੇ ਮੈਨੂੰ ਇੱਕ ਜ਼ਬਰਦਸਤ ਝਟਕਾ ਲੱਗਾ ਕਿ ਮੇਰਾ ਪਤੀ ਪਹਿਲਾਂ ਹੀ ਇੱਕ ਹੋਰ ਲੜਕੀ ਨੂੰ ਪਸੰਦ ਕਰਦਾ ਸੀ ਅਤੇ ਮੇਰੇ ਨਾਲ ਧੋਖਾ ਹੋਇਆ, ਜਿਸ ਤੇ ਮੇਰਾ ਦਿਲ ਖੂਨ ਦੇ ਹੰਝੂ ਰੋਇਆ, ਕਿਉਂਕਿ ਉਸ ਦੀ ਪਤਨੀ ਬਣਨ ਤੋਂ ਬਾਅਦ ਵੀ ਮੈਂ ਉਸ ਦੀ ਪਸੰਦ ਨਹੀਂ ਸੀ ਤੇ ਉਸ ਦੇ ਦਿਲ ਵਿੱਚ ਪਹਿਲਾਂ ਹੀ ਕੋਈ ਹੋਰ ਮੌਜੂਦ ਸੀ, ਜਿਸ ਨੂੰ ਉਹ ਠੀਕ ਕਰਨ ਅਤੇ ਪਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ। ਸ਼ਾਇਦ ਮੇਰੇ ਨਾਲ ਇਸ ਲਈ ਵਿਆਹ ਕੀਤਾ ਸੀ ਕਿਉਂਕਿ ਮੈਂ ਗਰੀਬ ਸੀ ਅਤੇ ਆਪਣਾ ਘਰ ਬਚਾਉਣ ਲਈ ਕੁਝ ਨਹੀਂ ਕਹਿ ਸਕਦੀ ਸੀ। ਮੇਰੀ ਸੱਸ ਮੈਨੂੰ ਮੇਰੇ ਪਤੀ ਦੇ ਕਮਰੇ ਵੱਲ ਲੈ ਗਈ ਅਤੇ ਦਰਵਾਜ਼ਾ ਖੜਕਾਇਆ ਅਤੇ ਅਗਲੇ ਹੀ ਪਲ ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ ਖੁੱਲਦਿਆਂ ਹੀ ਮੈਂ ਕਮਰੇ ਦੇ ਅੰਦਰ ਦੇਖਿਆ ਤਾਂ ਜਗਿਆਸਾ ਜ਼ਮੀਨ ਤੇ ਸੁੱਤੀ ਪਈ ਸੀ, ਸੱਜੀ ਦੁਲਹਨ ਵਾਂਗ ਨਿਵਾਸ ਪਹਿਨੀ ਹੋਈ ਸੀ, ਜਦੋਂ ਕਿ ਸੁਭਾਸ਼ ਦੀਆਂ ਅੱਖਾਂ ਤੋਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਰੋ ਰਿਹਾ ਹੋਵੇ। ਮੈਨੂੰ ਉਸ ਤੇ ਅਤੇ ਜਗਿਆਸਾ ਲਈ ਬਹੁਤ ਤਰਸ ਆ ਰਿਹਾ ਸੀ, ਪਰ ਮੈਂ ਕੁਝ ਵੀ ਨਹੀਂ ਕਰ ਸਕਦੀ ਸੀ। ਸੁਭਾਸ਼ ਨੇ ਤੁਰੰਤ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ, ਜਿਸ ਤੇ ਮੇਰੀ ਸੱਸ ਨੇ ਆਪਣੇ ਬੇਟੇ ਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਨੇ ਮੇਰੇ ਨਾਲ ਕੀਤੀ ਗਲਤੀ ਦਾ ਅਹਿਸਾਸ ਕਰਵਾਇਆ, ਜਿਸ ਤੇ ਸੁਭਾਸ਼ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਫਿਰ ਮੇਰੇ ਤੋਂ ਮਾਫੀ ਮੰਗਣ ਲੱਗਾ। ਮੇਰੀ ਸੱਸ ਨੇ ਸੁੱਤੀ ਹੋਈ ਜਗਿਆਸਾ ਨੂੰ ਜਗਾਇਆ ਅਤੇ ਫਿਰ ਉਸ ਨੂੰ ਆਪਣੇ ਨਾਲ ਲੈ ਗਈ। ਉਸ ਦੇ ਜਾਣ ਤੋਂ ਬਾਅਦ ਸੁਭਾਸ਼ ਨੇ ਇੱਕ ਵਾਰ ਮੇਰੇ ਤੋਂ ਮਾਫੀ ਮੰਗੀ ਅਤੇ ਮੇਰੇ ਪ੍ਰਤੀ ਆਪਣੇ ਵਿਵਹਾਰ ਬਾਰੇ ਕਾਰਨ ਦੱਸਣਾ ਸ਼ੁਰੂ ਕਰ ਦਿੱਤਾ, ਜੋ ਮੈਂ ਆਪਣੀ ਸੱਸ ਤੋਂ ਪਹਿਲਾਂ ਹੀ ਸੁਣ ਲਿਆ ਸੀ ਕਿ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤਾਂ ਜੋ ਉਹ ਜਗਿਆਸਾ ਨੂੰ ਸੰਭਾਲ ਸਕੇ ਅਤੇ ਉਸ ਦਾ ਇਲਾਜ ਕਰਾ ਸਕੇ। ਇਸ ਤੋਂ ਬਾਅਦ ਜਦੋਂ ਉਹ ਠੀਕ ਹੋ ਗਈ ਤਾਂ ਉਹ ਜਗਿਆਸਾ ਨਾਲ ਵਿਆਹ ਕਰਵਾ ਸਕੇ, ਪਰ ਉਸ ਦੇ ਘਰ ਵਾਲਿਆਂ ਨੇ ਜ਼ਬਰਦਸਤੀ ਉਸ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਮੈਂ ਸੁਭਾਸ਼ ਨੂੰ ਦਿਲਾਸਾ ਦਿੱਤਾ ਅਤੇ ਯਕੀਨ ਦਿਵਾਇਆ ਕਿ ਮੈਂ ਉਸ ਦੇ ਨਾਲ ਹਾਂ, ਜਿਸ ਤੇ ਉਹ ਲੰਬੇ ਸਮੇਂ ਤੋਂ ਮੇਰੇ ਨਾਲ ਆਪਣਾ ਦੁੱਖ ਸਾਂਝਾ ਕਰ ਰਿਹਾ ਸੀ। ਮੈਨੂੰ ਯਕੀਨ ਸੀ ਕਿ ਮੈਂ ਜਲਦੀ ਹੀ ਉਸ ਦੇ ਦਿਲ ਵਿੱਚ ਆਪਣੀ ਥਾਂ ਬਣਾ ਲਵਾਂਗੀ। ਵੈਸੇ ਵੀ ਜੋ ਹੋਇਆ ਸੀ ਉਹ ਬਦਲਿਆ ਨਹੀਂ ਜਾ ਸਕਦਾ ਸੀ। ਨਾ ਹੀ ਮੈਂ ਆਪਣੀ ਮਾਂ ਜਾਂ
ਕਿਸੇ ਹੋਰ ਨੂੰ ਇਸ ਬਾਰੇ ਦੱਸਣਾ ਸੀ। ਜਗਿਆਸਾ ਇੱਕ ਮਾਸੂਮ ਪਾਗਲ ਔਰਤ ਸੀ ਜਿਸ ਤੋਂ ਮੈਨੂੰ ਕੋਈ ਖਤਰਾ ਨਹੀਂ ਸੀ। ਵਿਆਹ ਤੋਂ ਬਾਅਦ ਸਾਰੇ ਮਹਿਮਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮੈਂ ਜਗਿਆਸਾ ਨੂੰ ਸੱਚੀ ਭੈਣ ਵਾਂਗ ਸੰਭਾਲ ਰਹੀ ਸੀ। ਮੈਂ ਉਸਦੇ ਖਾਣੇ ਤੋਂ ਲੈ ਕੇ ਉਸਦੇ ਕੱਪੜਿਆਂ ਤੱਕ ਸਭ ਕੁਝ ਵੇਖਣ ਲੱਗੀ ਅਤੇ ਉਸਦੇ ਨਾਲ ਇੱਕ ਦੋਸਤ ਵਾਂਗ ਵਿਵਹਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਇਹ ਸਭ ਦੇਖ ਕੇ ਸੁਭਾਸ਼ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਵੀ ਖੁਸ਼ ਹੋਣ ਲੱਗੇ ਅਤੇ ਸੁਭਾਸ਼ ਦੇ ਦਿਲ ਵਿੱਚ ਮੇਰੇ ਲਈ ਜਗ੍ਹਾ ਬਣਨ ਲੱਗੀ, ਜਿਸ ਨੂੰ ਉਹ ਆਪਣੇ ਪਿਆਰ ਭਰੇ ਬੋਲਾਂ ਰਾਹੀਂ ਪ੍ਰਗਟ ਕਰਦਾ ਸੀ ਅਤੇ ਮੇਰੀ ਦੇਖਭਾਲ ਕਰਦਾ ਸੀ। ਜਗਿਆਸਾ ਮੇਰੇ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ, ਪਰ ਉਹ ਅਜੇ ਵੀ ਠੀਕ ਨਹੀਂ ਹੋ ਸਕੀ। ਮੈਂ ਉਸਦੀ ਦਵਾਈ ਬਦਲਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਉਸ ਦੀ ਹਾਲਤ ਦੇਖ ਕੇ ਬਾਕੀ ਪਰਿਵਾਰ ਨੂੰ ਵੀ ਤਰਸ ਆਉਂਦਾ ਸੀ, ਪਰ ਸੁਭਾਸ਼ ਚਾਹੁੰਦਾ ਸੀ ਕਿ ਉਹ ਠੀਕ ਹੋ ਜਾਵੇ। ਇਸੇ ਲਈ ਮੈਂ ਦਿਲੋਂ ਉਸ ਦੀ ਦੇਖਭਾਲ ਕਰ ਰਹੀ ਸੀ, ਬਿਨਾਂ ਕਿਸੇ ਖਿਝ ਜਾਂ ਗੁੱਸੇ ਦੇ। ਕੇਵਲ ਮੈਂ ਅਤੇ ਸੁਭਾਸ਼ ਉਸ ਨੂੰ ਹਸਪਤਾਲ ਲੈ ਕੇ ਜਾਇਆ ਕਰਦੇ ਸੀ। ਜਗਿਆਸਾ, ਜੋ ਪਹਿਲਾਂ ਹਾਸੋਹੀਣੀ ਹਰਕਤਾਂ ਕਰਦੀ ਸੀ, ਹੁਣ ਹਰ ਸਮੇਂ ਚੁੱਪ ਰਹਿਣ ਲੱਗ ਪਈ ਸੀ ਅਤੇ ਉਹ ਆਪਣੇ ਕਮਰੇ ਵਿੱਚ ਬੈੱਡ ਤੇ ਹੀ ਲੇਟੀ ਰਹਿੰਦੀ ਸੀ ਅਤੇ ਉਹ ਬੈਠ ਵੀ ਨਹੀਂ ਸਕਦੀ ਸੀ। ਡਾਕਟਰ ਉਸ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ, ਪਰ ਇਸ ਦੇ ਬਾਵਜੂਦ ਉਸ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਉਹ ਪਹਿਲਾਂ ਹੀ ਕਮਜ਼ੋਰ ਸੀ, ਪਰ ਹੁਣ ਦਿਨੋਂ ਦਿਨ ਹੋਰ ਵੀ ਕਮਜ਼ੋਰ ਹੁੰਦੀ ਜਾ ਰਹੀ ਸੀ, ਜਿਸ ਤੇ ਮੈਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣ ਦੀ ਸੁਝਾਅ ਦਿੱਤਾ ਅਤੇ ਇਸ ਤਰ੍ਹਾਂ ਸੁਭਾਸ਼ ਨੇ ਸ਼ਹਿਰ ਦੇ ਵਧੀਆ ਡਾਕਟਰ ਤੋਂ ਉਸ ਦੀ ਜਾਂਚ ਕਰਵਾਈ। ਪਰ ਸਾਡੇ ਸਾਹਮਣੇ ਜੋ ਆਇਆ, ਇਸ ਨੇ ਸਾਡੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ। ਜਗਿਆਸਾ ਨੂੰ ਹੌਲੀ-ਹੌਲੀ ਕੈਂਸਰ ਹੋ ਰਿਹਾ ਸੀ ਅਤੇ ਸਾਨੂੰ ਇਸ ਬਾਰੇ ਪਤਾ ਲੱਗਣ ਤੋਂ ਪਹਿਲਾਂ ਹੀ ਇਹ ਕਾਫੀ ਹੱਦ ਤੱਕ ਵੱਧ ਚੁੱਕਾ ਸੀ। ਡਾਕਟਰ ਨੇ ਦੱਸਿਆ ਕਿ ਉਹ ਕੁਝ ਦਿਨਾਂ ਹੀ ਬਚ ਸਕੇਗੀ, ਜਿਸ ਕਾਰਨ ਅਸੀਂ ਸਾਰੇ ਬਹੁਤ ਚਿੰਤਤ ਹੋ ਗਏ ਅਤੇ ਉਦਾਸ ਰਹਿਣ ਲੱਗ ਪਏ। ਅਸੀਂ ਜਗਿਆਸਾ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੈਂਸਰ ਦਾ ਇਲਾਜ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ। ਜਗਿਆਸਾ ਮੈਨੂੰ ਭੈਣ ਵਰਗੀ ਲਾਡਲੀ ਹੋ ਗਈ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਉਸ ਨਾਲ ਕੁਝ ਵੀ ਹੋਵੇ, ਪਰ ਕੋਈ ਵੀ ਇਸ ਨੂੰ ਰੋਕ ਨਹੀਂ ਸਕਦਾ ਸੀ। ਮੇਰੇ ਵਿਆਹ ਨੂੰ 6 ਮਹੀਨੇ ਬੀਤ ਚੁੱਕੇ ਸਨ, ਜਿਸ ਤੋਂ ਬਾਅਦ ਜਗਿਆਸਾ ਦੀ ਮੌਤ ਹੋ ਗਈ ਅਤੇ ਉਹ ਸਭ ਨੂੰ ਉਦਾਸ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਅਸੀਂ ਉਸ ਦੀ ਮੌਤ ਤੇ ਵਿਸ਼ਵਾਸ ਨਹੀਂ ਕਰ ਸਕਦੇ ਸੀ। ਇੰਜ ਲੱਗਦਾ ਸੀ ਜਿਵੇਂ ਉਹ ਅਜੇ ਵੀ ਇਸ ਘਰ ਵਿੱਚ ਜਿਉਂਦੀ ਹੈ ਅਤੇ ਕਿੱਧਰੋਂ ਵੀ ਆ ਜਾਵੇਗੀ। ਪਰ ਅਸਲੀਅਤ ਇਹ ਸੀ ਕਿ ਉਹ ਸਾਨੂੰ ਸਭ ਨੂੰ ਛੱਡ ਕੇ ਹਰ ਚਿੰਤਾ ਤੋਂ ਮੁਕਤ ਹੋ ਕੇ ਚਲੀ ਗਈ ਸੀ। ਅਸੀਂ ਵੀ ਹੌਲੀ-ਹੌਲੀ ਜਗਿਆਸਾ ਦੀ ਮੌਤ ਦਾ ਸਬਰ ਕਰਦੇ ਗਏ, ਪਰ ਕਈ ਵਾਰ ਮੈਨੂੰ ਉਸ ਮੁੰਡੇ ਤੇ ਬਹੁਤ ਗੁੱਸਾ ਆਉਂਦਾ ਸੀ ਜਿਸ ਨੇ ਜਗਿਆਸਾ ਨੂੰ ਧੋਖਾ ਦਿੱਤਾ ਸੀ ਅਤੇ ਜਿਸ ਦੇ ਪਿਆਰ ਅਤੇ ਧੋਖੇ ਨੇ ਜਗਿਆਸਾ ਨੂੰ ਪਾਗਲ ਕਰ ਦਿੱਤਾ ਸੀ। ਉਹ ਵਿਅਕਤੀ ਇਸ ਸੰਸਾਰ ਵਿੱਚ ਜਿੱਥੇ ਵੀ ਹੋਵੇ, ਉਹ ਕਦੇ ਵੀ ਖੁਸ਼ ਨਹੀਂ ਹੋਵੇਗਾ, ਕਿਉਂਕਿ ਜਗਿਆਸਾ ਦੀ ਅਜਿਹੀ ਸਥਿਤੀ ਵਿੱਚ ਸਿਰਫ ਉਹੀ ਵਿਅਕਤੀ ਜ਼ਿੰਮੇਵਾਰ ਸੀ ਜਿਸ ਨੇ ਉਸ ਨੂੰ ਧੋਖਾ ਦਿੱਤਾ ਸੀ। ਦੂਜਿਆਂ ਨੂੰ ਧੋਖਾ ਦੇਣ ਵਾਲੇ ਲੋਕ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਹੋ ਸਕਦੇ। ਜੇਕਰ ਉਸ ਵਿਅਕਤੀ ਨੇ ਜਗਿਆਸਾ ਅਤੇ ਉਸਦੇ ਪਿਆਰ ਦੀ ਕਦਰ ਕੀਤੀ ਹੁੰਦੀ ਅਤੇ ਪੈਸੇ ਅਤੇ ਗਹਿਣਿਆਂ ਦਾ ਲਾਲਚ ਨਾ ਕੀਤਾ ਹੁੰਦਾ, ਤਾਂ ਅੱਜ ਜਗਿਆਸਾ ਆਪਣੇ ਬੱਚੇ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੁੰਦੀ। ਪਰ ਹਮੇਸ਼ਾ ਉਹੀ ਹੁੰਦਾ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਅਤੇ ਜਗਿਆਸਾ ਨਾਲ ਵੀ ਉਹੀ ਹੋਇਆ ਜੋ ਉਸ ਦੀ ਕਿਸਮਤ ਵਿੱਚ ਲਿਖਿਆ ਸੀ, ਜਿਸ ਦਾ ਦੁੱਖ ਸਾਰੀ ਉਮਰ ਖਤਮ ਨਹੀਂ ਹੋਣਾ। ਹੁਣ ਜਗਿਆਸਾ ਇਸ ਸੰਸਾਰ ਨੂੰ ਛੱਡ ਚੁੱਕੀ ਸੀ। ਸੁਭਾਸ਼ ਦੀ ਜ਼ਿੰਦਗੀ ਵਿੱਚ ਮੈਂ ਹੀ ਇਕੱਲੀ ਰਹਿ ਗਈ ਸੀ। ਸੁਭਾਸ਼ ਦੇ ਦਿਲ ਵਿੱਚੋਂ ਹੌਲੀ-ਹੌਲੀ ਜਗਿਆਸਾ ਲਈ ਪਿਆਰ ਖਤਮ ਹੋ ਗਿਆ ਸੀ, ਪਰ ਉਹ ਅੱਜ ਵੀ ਉਸ ਨੂੰ ਯਾਦ ਹੈ, ਕਿਉਂਕਿ ਉਹ ਉਸ ਦਾ ਪਹਿਲਾ ਪਿਆਰ ਸੀ ਅਤੇ ਉਸਨੇ ਉਸ ਨਾਲ ਵਿਆਹ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਫਿਰ ਵੀ ਉਹ ਉਸ ਦੀ ਕਿਸਮਤ ਵਿੱਚ ਨਹੀਂ ਸੀ। ਸੁਭਾਸ਼ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ। ਜਗਿਆਸਾ ਦੀ ਮੌਤ ਤੋਂ ਠੀਕ 2 ਮਹੀਨੇ ਬਾਅਦ ਸੁਭਾਸ਼ ਨੇ ਮੇਰੇ ਨਾਲ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਉਸਨੇ ਮੈਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ ਅਤੇ ਕੁਝ ਮਹੀਨਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਗਰਭਵਤੀ ਹਾਂ। ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਚੱਲ ਰਹੀ ਸੀ ਅਤੇ ਇਸ ਤੋਂ ਬਾਅਦ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਸੁਭਾਸ਼ ਨੇ ਮੇਰੀ ਬੇਟੀ ਦਾ ਨਾਂ ਵੀ ਜਗਿਆਸਾ ਹੀ ਰੱਖਿਆ ਸੀ, ਜਿਸ ਨੂੰ ਦੇਖ ਕੇ ਮੇਰਾ ਪਤੀ ਦਿਨ ਰਾਤ ਖੁਸ਼ ਰਹਿੰਦਾ ਹੈ ਅਤੇ ਹੁਣ ਮੈਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਾਂ। ਪਰ ਅੱਜ ਵੀ ਅਸੀਂ ਜਗਿਆਸਾ ਨੂੰ ਬਹੁਤ ਯਾਦ ਕਰਦੇ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਘੰਟੀ ਨੂੰ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।